9914 888 888 99 14। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 272 2500 5200 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੀ ਕੁਝ ਦੁਨੀਆ ਦੇ ਵਿੱਚ ਵਾਪਰ ਰਿਹਾ ਹੈਗਾ ਤੇ ਅਮਰੀਕਾ 'ਚ ਕੀ ਕੁਝ ਵਾਪਰਿਆ, ਉਹ ਆਪਾਂ ਤੁਹਾਡੇ ਨਾਲ ਹਰ ਰੋਜ਼ ਡਿਸਕਸ ਕਰਦੇ ਹਾਂ ਸਵੇਰ ਵਾਲੇ ਅਪਡੇਟ ਪ੍ਰੋਗਰਾਮ ਦੇ ਵਿੱਚ, ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ। ਸੋ ਅੱਜ ਦੀ ਇੱਕ ਮੇਨ ਖਬਰ ਇਹ ਆ ਵੀ ਜਿਹੜੇ ਟੈਡ ਟਰਨਰ ਆ, ਜਿਨ੍ਹਾਂ ਨੇ CNN ਨੂੰ ਖੜਾ ਕੀਤਾ ਸੀ, ਕ੍ਰੀਏਟਰ ਆਫ CNN, ਤੇ 24 ਘੰਟੇ ਨਿਊਜ਼ ਸਾਈਕਲ ਜਿਹੜਾ ਸ਼ੁਰੂ ਕੀਤਾ ਸੀ, ਉਹਨਾਂ ਦੀ ਅੱਜ ਡੈਥ ਹੋ ਗਈ ਹੈਗੀ ਆ। ਸੋ ਟੈਡ ਟਰਨਰ ਨੂੰ ਇੱਕ ਤਰ੍ਹਾਂ ਨਾਲ ਮੀਡੀਆ ਮੁਗਲ ਕਰਕੇ ਜਿਹੜਾ ਆ ਉਹ ਜਾਣਿਆ ਜਾਂਦਾ ਸੀ ਤੇ 87 ਸਾਲਾਂ ਦਾ ਟੀਵੀ ਮੁਗਲ ਟੈਡ ਟਰਨਰ, ਉਹਨਾਂ ਦੀ ਅੱਜ ਮੌਤ ਹੋਈ ਹੈਗੀ ਆ। ਸਤੰਬਰ 2018 ਦੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ ਉਹਨਾਂ ਨੂੰ ਥੋੜੀ ਜਿਹੀ ਡਿਮੈਂਸ਼ੀਆ ਦੀ ਪ੍ਰੋਬਲਮ ਹੈਗੀ ਆ, ਇਹ ਬ੍ਰੇਨ ਡਿਸਆਰਡਰ, ਤੇ ਜਿਹਦੇ ਨਾਲ ਮੈਮਰੀ ਤੇ ਹੋਰ ਕੋਗਨੀਟਿਵ ਫੰਕਸ਼ਨਸ ਦੇ ਉੱਤੇ ਅਸਰ ਪੈਂਦਾ ਆ। ਟੈਡ ਟਰਨਰ ਦਾ ਟਾਈਮ ਮੈਗਜ਼ੀਨ ਨੇ ਮੈਨ ਆਫ ਦਾ ਈਅਰ 1991 ਚ ਡਿਕਲੇਅਰ ਕੀਤਾ ਸੀ ਜੀ ਕਿ ਉਹਨਾਂ ਨੇ 24 ਆਵਰ ਨਿਊਜ਼ ਚੈਨਲ ਜਿਹੜਾ ਆ CNN, ਇੱਕ ਤਰ੍ਹਾਂ ਦੇ ਨਾਲ ਪਾਇਨੀਅਰ ਸੀਗਾ, ਕਹਿੰਦਾ ਵੀ ਨੈਸ਼ਨਲ ਬੇਸਿਕ ਕੇਬਲ ਦੇ ਵਿੱਚ। ਸੋ ਬਹੁਤ ਪਹਿਲਾ ਕਦਮ ਸੀਗਾ ਜਿਹੜਾ 24 ਘੰਟੇ 7 ਦਿਨ ਨਿਊਜ਼ ਦੇਣ ਵਾਲਾ ਚੈਨਲ। ਜੀ ਜੀ ਬਿਲਕੁਲ। ਸੋ 87 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਜਿਹੜੀ ਉਹ ਮੌਤ ਹੋਈ ਆ, ਤੇ ਰਾਸ਼ਟਰਪਤੀ ਟਰੰਪ ਨੇ ਵੀ ਇਸ ਦੇ ਉੱਤੇ ਜਿਹੜਾ ਉਹ ਟਿੱਪਣੀ ਜਿਹੜੀ ਉਹ ਕੀਤੀ ਆ, ਤੇ ਉਹਨਾਂ ਨੇ ਕਿਹਾ ਵੀ ਵਨ ਆਫ ਦਾ ਗ੍ਰੇਟਸ ਆਫ ਆਲ ਟਾਈਮ, ਲੌਂਗ ਟਾਈਮ ਫਰੈਂਡ ਸੀਗਾ। ਤੇ ਕਹਿੰਦੇ ਵੀ ਜੋ ਉੱਦਾਂ ਪਰ ਜੋ ਮੌਜੂਦਾ ਹਾਲਾਤ ਆ CNN ਉੱਤੇ, ਉਸ ਦੇ ਉੱਤੇ ਵੀ ਉਹਨਾਂ ਨੇ ਟਿੱਪਣੀ ਜਿਹੜੀ ਉਹ ਕੀਤੀ। ਕਹਿੰਦੇ ਵੀ ਵੋਕ ਹੋ ਗਿਆ CNN, ਇਹਨਾਂ ਨੂੰ ਹੁਣ ਸੱਚ ਦੇ ਨਾਲ ਕੋਈ ਮਤਲਬ ਜਿਹੜਾ ਉਹ ਨਹੀਂ ਰਿਹਾ। ਸੋ ਟਰੰਪ ਹੁਣਾਂ ਨੇ ਵੀ ਨੋਟ ਕੀਤਾ ਵੀ ਜਿਹੜੇ ਟਰਨਰ ਦੇ ਨਾਲ ਜਿਹਨੇ CNN ਬਣਾਇਆ ਸੀ, TBS, ਕਾਰਟੂਨ ਨੈਟਵਰਕ, ਤੇ ਜਿੱਦਾਂ ਤੁਸੀਂ ਦੱਸਿਆ ਵੀ 24 ਆਵਰ ਸਾਈਕਲ ਨਿਊਜ਼ ਜਿਹੜੀਆਂ ਆ ਉਹ ਇਸ ਦੇ ਵਿੱਚ ਚਲਾਈਆਂ। ਤੇ ਮੌਜੂਦਾ CNN ਜਿਸ ਤਰੀਕੇ ਦੇ ਨਾਲ ਚੱਲ ਰਿਹਾ, ਉਹ ਕਹਿੰਦੇ ਵੀ ਉਸ ਦੀ ਜਿਹੜੀ ਲੈਗੇਸੀ ਆ ਉਸਨੂੰ ਉਹ ਡਿਸਟਰੋਏ ਕਰ ਰਿਹਾ, ਖਤਮ ਜਿਹੜਾ ਉਹ ਕਰ ਰਿਹਾ ਆ ਟੈਡ ਟਰਨਰ ਨੂੰ। ਤੇ ਜਿਹਨੇ CNN ਬਣਾਇਆ ਸੀ, ਕਹਿੰਦੇ ਵੀ ਵੇਚ ਦਿੱਤਾ ਸੀ ਉਹਨੇ ਬਾਅਦ ਦੇ ਵਿੱਚ। ਤੇ ਕਹਿੰਦਾ ਵੀ ਮੈਨੂੰ ਬੜਾ ਪਰਸਨਲੀ ਤੌਰ ਦੇ ਉੱਤੇ ਟਰੰਪ ਕਹਿੰਦਾ ਵੀ ਮੈਨੂੰ ਦੁੱਖ ਹੋਇਆ ਸੀਗਾ ਜਦੋਂ ਨਵੀਂ CNN ਦੀ ਓਨਰਸ਼ਿਪ ਜਿਹਨੇ ਜਿਹੜੀ ਲਈ ਸੀ ਤੇ ਉਸਨੂੰ ਡਿਸਟਰੋਏ ਜਿਹੜਾ ਉਹ ਕਰ ਦਿੱਤਾ ਸੀਗਾ। ਕਹਿੰਦੇ ਵੀ ਗ੍ਰੇਟ ਆਫ ਬ੍ਰੌਡਕਾਸਟ history, friend of mine, whenever I needed him, he was there, was willing to fight for a good cause. ਡੋਨਲਡ ਟਰੰਪ ਹੁਣਾਂ ਨੇ ਉਸ ਨੂੰ ਵੀ ਇਹ ਜਿਹੜੀ ਸ਼ਰਧਾਂਜਲੀ ਦਿੱਤੀ ਹੈਗੀ ਆ। ਉਹਨਾਂ ਨੇ ਇੱਕ ਵਾਰੀ ਜੋਕ ਕਰਕੇ ਉਹਨੂੰ ਪੁੱਛਿਆ ਸੀ ਵੀ ਤੇਰਾ ਸਕਸੈਸ ਕੀ ਆ, ਤੇਰਾ ਸਕਸੈਸਫੁਲ ਇੰਨਾ ਹੋਣ ਦਾ ਕਾਰਨ ਕੀ ਆ ਲਾਈਫ ਦੇ ਵਿੱਚ। ਉਹ ਕਹਿੰਦਾ ਵੀ ਇੰਨੇ ਕੁ ਗੋਲ ਸੈਟਅਪ ਕਰੋ ਹਾਈ ਕਿ ਉਹ ਤੁਹਾਡੀ ਲਾਈਫ 'ਚ ਪੂਰੇ ਨਾ ਹੋ ਸਕਣ, ਸੋ ਤਾਂ ਕਿ ਤੁਸੀਂ ਹਰ ਰੋਜ਼ ਜਿਹੜਾ ਹਾਰਡ ਵਰਕ ਕਰੋ। ਕਹਿੰਦਾ ਵੀ ਅਰਲੀ ਟੂ ਬੈਡ, ਅਰਲੀ ਟੂ ਰਾਈਜ਼, ਵਰਕ ਲਾਈਕ ਹੈਲ ਐਂਡ ਐਡਵਰਟਾਈਜ਼। ਸੋ ਇਹ ਉਹਦਾ ਜਿਹੜਾ ਮੇਨ ਲਾਈਨ ਸੀਗੀ, ਇਹ ਜੋਕਿੰਗਲੀ ਉਹਨੂੰ ਦੱਸਿਆ ਜੀ। ਉਦਾਂ ਇਹ ਹੁਣ ਬਿਲੀਅਨੇਅਰ ਫਿਲੈਂਥਰੋਪਿਸਟ ਸੀਗਾ, ਤੇ ਇਹਨੇ ਆਪਣਾ ਮੀਡੀਆ ਐਮਪਾਇਰ ਤਾਂ ਬਣਾਇਆ ਸੀ, ਆਪਣੀ ਫਾਊਂਡੇਸ਼ਨ ਵੀ ਜਿਹੜੀ ਉਹ ਬਣਾਈ। ਕਈ ਤਰੀਕੇ ਦੀਆਂ ਜਿਹੜੀਆਂ ਕੰਜ਼ਰਵੇਸ਼ਨ ਐਫਰਟਸ ਦੇ ਵਿੱਚ ਵੀ ਇਹ ਨਾਲ ਦੇ ਨਾਲ ਹਰਜੋਤ ਸਿੰਘ ਜੀ ਲੱਗਾ ਰਹਿੰਦਾ ਸੀ। ਇਸ ਦੀ ਟਰਨਰ ਫਾਊਂਡੇਸ਼ਨ ਵੀ ਇੱਕ ਹੈ ਜੋ ਵੱਖ-ਵੱਖ ਕਹਿ ਲਓ ਵੀ ਮੁੱਦਿਆਂ ਨੂੰ ਲੈ ਕੇ ਜਿਹੜੀ ਉਹ ਅੱਗੇ ਜਿਹੜੀ ਉਹ ਵੱਧਦੀ ਹੈਗੀ ਆ। 1938 ਦਾ ਇਸ ਦਾ ਜਨਮ ਸੀਗਾ ਟੈਡ ਟਰਨਰ ਦਾ, ਤੇ ਇਸ ਦੇ ਕਾਫੀ ਜਿਹੜੇ ਉਹ ਉੱਦਾਂ ਵਿਆਹ ਵੀ ਹੋਏ ਆ 3-4, ਤੇ ਨਿਆਣੇ ਵੀ ਇਹਦੇ ਕਾਫੀ ਸੀਗੇ। US ਦੇ ਕੋਸਟ ਗਾਰਡ ਦੇ ਵਿੱਚ ਵੀ ਇਹਨੇ ਜਿਹੜੀਆਂ ਆਪਣੀਆਂ ਸਰਵਿਸਿਜ਼ ਜਿਹੜੀਆਂ ਉਹ ਲਈਆਂ ਸੀਗੀਆਂ। ਤੇ ਇੱਕ ਯਾਦ 'ਚ ਕਰੇਜੀਅਸ ਕਰਕੇ ਸੀ 1977 'ਚ, ਜਿਹਦੇ ਨਾਲ ਇਸਨੇ ਅਮਰੀਕਾ ਕੱਪ ਵੀ ਜਿਹੜਾ ਉਹ ਜਿੱਤਿਆ ਸੀਗਾ। ਸੋ ਇਹ ਜਿਹੜਾ ਟੈਡ ਟਰਨਰ ਦੇ ਬਾਬਤ ਕਹਿ ਸਕਦੇ ਹਾਂ ਵੀ ਉਹ ਸੀਗਾ। ਜਿਹੜੇ ਮੌਜੂਦਾ CNN ਦੇ ਹੁਣ CEO ਆ, ਉਹਨਾਂ ਨੇ ਵੀ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ। CNN ਦੇ ਜਿਹੜੇ CEO ਤੇ ਚੇਅਰਮੈਨ ਮਾਰਕ ਥੋਮਸਨ ਆ, ਉਹ ਕਹਿੰਦੇ ਵੀ ਉਹ ਇੰਟੈਂਸਿਵਲੀ ਇਨਵੋਲਵ ਰਹਿੰਦੇ ਸੀਗੇ, ਕਮਿਟਡ ਲੀਡਰ ਸੀਗੇ, ਤੇ ਡਰਦੇ ਨਹੀਂ ਸੀ ਕਿਸੇ ਤੋਂ, ਤੇ ਹਮੇਸ਼ਾ ਹੀ ਆਪਣੀ ਉਹ ਜੱਜਮੈਂਟ ਦੇ ਉੱਤੇ ਉਹਨਾਂ ਨੂੰ ਆਪਣੀ ਤੇ
ਭਰੋਸਾ ਜਿਹੜਾ ਉਹ ਰਹਿੰਦਾ ਸੀਗਾ। ਕਹਿੰਦੇ ਵੀ ਵੀ ਆਰ ਅ ਜਾਇੰਟ, ਜਿਹਦੇ ਸ਼ੋਲਡਰਸ ਦੇ ਉਹ ਜਾਇੰਟ ਨੇ, ਟੈਡ ਜਾਇੰਟ ਸੀਗੇ, ਜਿਨ੍ਹਾਂ ਦੇ ਸ਼ੋਲਡਰਸ ਦੇ ਉੱਤੇ ਅੱਜ ਅਸੀਂ ਜਿਹੜੇ ਉਹ ਸਟੈਂਡ ਕਰ ਰਹੇ ਹਾਂ, ਉਹਨਾਂ ਦੇ ਉੱਤੇ ਜਿਹੜੇ ਉਹ ਖੜੇ ਆ, ਤੇ ਉਹਨਾਂ ਦਾ ਉਸ ਨੂੰ ਰੈਕਗਨਾਈਜ਼ ਕਰਦੇ ਆ, ਤੇ ਇੰਪੈਕਟ ਜਿਹੜਾ ਉਹਨੇ ਸਾਡੀਆਂ ਜ਼ਿੰਦਗੀਆਂ ਦੇ ਅਤੇ ਦੁਨੀਆ ਦੇ ਉੱਤੇ ਜਿਹੜਾ ਛੱਡਿਆ ਆ, ਉਸ ਨੂੰ ਜਿਹੜਾ ਉਹ ਯਾਦ ਕੀਤਾ ਜਾਵੇਗਾ। ਜੇ ਫਿਲੈਂਥਰੋਪੀ ਦੀ ਗੱਲ ਕਰਦੇ ਜਾਈਏ, $1 ਬਿਲੀਅਨ ਡੋਨੇਟ ਕੀਤਾ ਉਹਨਾਂ ਨੇ, ਜਿਹੜਾ ਯੂਨਾਈਟਿਡ ਨੇਸ਼ਨ ਫਾਊਂਡੇਸ਼ਨ ਜਿਹੜੀ ਆ ਬਣਾਈ ਹੋਈ ਆ। ਉਹ ਕਹਿੰਦੇ ਵੀ ਹਰ ਇੱਕ ਨੂੰ ਡੋਨੇਟ ਕਰਨਾ ਚਾਹੀਦਾ ਆ। ਮੈਂ ਵੀ ਕੀਤਾ, ਪਰ ਮੈਂ ਕਹਿੰਦੇ ਉਨਾ ਨਹੀਂ ਕੀਤਾ ਜਿੰਨਾ ਕਰਨਾ ਚਾਹੀਦਾ। ਸੋ ਬਟ ਸਟਿਲ ਹੀ ਵਾਸ ਡੂਇੰਗ ਲੋਟ। ਜੀ, ਜਿਹੜਾ 1991 ਦੀ 90-91 ਦੀ ਜਿਹੜੀ ਗਲਫ ਵਾਰ ਸੀ, ਉਦੋਂ ਕਹਿੰਦੇ ਵੀ ਇਹ ਜਿਹੜਾ CNN ਨੂੰ ਇਹਨੇ ਮੋਹਰੇ ਜਿਹੜਾ ਉਹ ਕੀਤਾ, ਕਹਿੰਦੇ ਵੀ ਰੋਲਿੰਗ ਕਵਰੇਜ ਜਿਹੜੀ ਉਸ ਟਾਈਮ ਇਰਾਕ ਵਾਰ ਦੀ ਜਿਹੜੀ ਉਹ ਕੀਤੀ। 1981 ਚ ਜਦੋਂ ਰੋਨਲਡ ਰੀਗਨ ਨੂੰ ਅਸੈਸੀਨੇਟ ਕਰਨ ਦਾ ਅਟੈਂਪਟ ਹੋਇਆ ਸੀ, ਉਹਦੀ ਸਟੋਰੀਜ਼ ਜਿਹੜੀਆਂ ਸ਼ੁਰੂਆਤੀ ਦੌਰ ਸੀਗਾ ਉਦੋਂ CNN ਦਾ, ਤੇ ਉਸ ਟਾਈਮ ਦੇ ਉੱਤੇ 1986 ਚ ਜਿਹੜਾ ਸਪੇਸ ਸ਼ਟਲ ਡਿਜ਼ਾਸਟਰ ਚੈਲੰਜਰ ਦਾ ਹੋਇਆ ਸੀ, ਉਸ ਦੀ ਜਿਹੜੀ ਕਵਰੇਜ ਨੇ CNN ਨੂੰ ਜਿਹੜੀ ਮੁੱਖ ਧਾਰਾ ਦੇ ਵਿੱਚ ਕਹਿੰਦੇ ਇਵੈਂਚੁਅਲੀ ਲੈ ਕੇ ਜਿਹੜਾ ਉਹ ਆਂਦਿਆ ਸੀਗਾ। ਫੌਕਸ ਨਿਊਜ਼ ਜਿਹੜਾ 1996 ਦੇ ਵਿੱਚ ਲਾਂਚ ਹੋਇਆ ਸੀਗਾ ਰੂਪਰਟ ਮਰਡੌਕ ਦੇ ਦੁਆਰਾ। ਸੋ CNN ਦੀ ਜਿਹੜੀ ਕਾਮਯਾਬੀ ਤੋਂ ਬਾਅਦ ਦੇ ਵਿੱਚ ਜਿਹੜਾ ਫੌਕਸ ਨਿਊਜ਼ ਆ ਉਹ ਮੁੜ ਕੇ ਆਇਆ ਸੀ, ਜਿਸ ਨੂੰ ਰੂਪਰਟ ਮਰਡੌਕ ਨੇ ਜਿਹੜਾ ਉਹ ਫਾਊਂਡ ਕੀਤਾ ਸੀਗਾ। ਉਹ ਵੀ ਆਪਣੇ ਤੌਰ ਦੇ ਉੱਤੇ ਇੱਕ ਹੁਣ ਬਹੁਤ ਵੱਡਾ ਜਿਹੜਾ ਉਹ ਨਾਮ ਹੈਗਾ ਆ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਨੂੰ ਜਿਹੜਾ ਵੱਧ ਜਾਈਏ, US ਤੇ ਈਰਾਨ ਕਹਿੰਦੇ ਵੀ ਆਪਸ ਦੇ ਵਿੱਚ ਸਮਝੌਤੇ ਵੱਲ ਨੂੰ ਵੱਧ ਰਹੇ ਆ। ਇਹ ਜਿਹੜਾ ਰਿਪੋਰਟਿੰਗ ਇਸ ਟਾਈਮ ਸਾਹਮਣੇ ਆ ਰਹੀ ਹੈ, ਕਹਿੰਦੇ ਵੀ ਇੱਕ ਮੈਮੋ ਦੇ ਵੱਲ ਨੂੰ ਦੋਨੋਂ ਮੂਵ ਫਾਰਵਰਡ ਹੋ ਰਹੇ ਆ, ਵੱਧ ਰਹੇ ਆ, ਜਿਹਦੇ ਨਾਲ ਜਿਸ ਮੈਮੋ ਦੇ ਵਿੱਚ ਸ਼ਾਇਦ ਲੜਾਈ ਦੇ ਖਾਤਮੇ ਦੀ ਗੱਲ ਜਿਹੜੀ ਉਹ ਹੋਊਗੀ। ਲਾਸਟ ਮਿੰਟ ਜਿਹੜੇ ਪਿਛਲੀ ਜਿਹੜੀ ਗੱਲਬਾਤ ਆ ਉਹ ਟੁੱਟ ਗਈ ਸੀਗੀ। ਟਰੰਪ ਅਧਿਕਾਰੀ ਇਸ ਵਾਰੀ ਕੌਸ਼ਨ ਦੇ ਨਾਲ ਜਿਹੜਾ ਉਹ ਚੱਲ ਰਹੇ ਆ, ਸੋ ਦੇਖਣਾ ਜਿਹੜਾ ਹੋਊਗਾ ਵੀ ਕਿਵੇਂ ਆ। ਕਹਿੰਦੇ ਵੀ 1 ਪੇਜ ਮੈਮੋ ਦੀ ਚਰਚਾ ਜਿਹੜੀ ਆ ਇਸ ਟਾਈਮ ਬਹੁਤ ਤੇਜ਼ ਹੋਈ ਪਈ ਆ US ਤੇ ਈਰਾਨ ਦੇ ਦਰਮਿਆਨ, ਇਸ ਜੰਗ ਨੂੰ ਖਤਮ ਕਰਨ ਨੂੰ ਲੈ ਕੇ, ਸਮਾਪਤ ਕਰਨ ਨੂੰ ਜਿਹੜਾ ਉਹ ਲੈ ਕੇ। ਸੋ ਲੈਟਸ ਸੀ ਕੀ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਗੇ ਬਣਦਾ ਹੈਗਾ ਆ, ਪਰ ਇਹ ਜਿਹੜੀ ਚਰਚਾ ਇਸ ਟਾਈਮ ਖਾਸੀ ਤੇਜ਼ ਬਣ ਚੁੱਕੀ ਹੈਗੀ ਆ। US ਤੇ ਈਰਾਨ ਕਲੋਜ਼ ਹੋ ਰਹੇ ਆ 1 ਪੇਜ ਦੇ ਮੈਮੋ ਤੇ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜੰਗ ਖਤਮ ਹੋ ਸਕਦੀ ਆ। ਟਰੰਪ ਉਹਨਾਂ ਨੇ ਆਲਰੇਡੀ ਕਹਿ ਦਿੱਤਾ ਵੀ ਜਿਹੜਾ ਸਟੇਟ ਆਫ ਹਾਰਮੋਜ਼ ਤੋਂ ਜਿਹੜਾ ਫਰੀडम ਆਪਰੇਸ਼ਨ ਜਿਹੜਾ ਸੀਗਾ ਉਹਨਾਂ ਦਾ, ਉਹਨੂੰ ਵੀ ਪੌਜ਼ ਕੀਤਾ ਹੈਗਾ ਆ। ਸੋ ਕਹਿੰਦੇ ਗੱਲਬਾਤ ਸਿਰੇ ਚੜ ਸਕਦੀ ਆ। ਆਉਣ ਵਾਲੇ 48 ਘੰਟਿਆਂ ਦੇ ਵਿੱਚ ਕਾਫੀ ਕੁਝ ਹੋ ਸਕਦਾ ਹੈਗਾ। ਅਮਰੀਕਾ ਵਾਲੇ ਕਹਿ ਰਹੇ ਆ ਵੀ 20 ਸਾਲਾਂ ਲਈ ਮੋਰੇਟੋਰੀਅਮ ਲਾਵੇ ਈਰਾਨ, ਤੇ ਈਰਾਨ ਵਾਲੇ ਸ਼ਾਇਦ 5 ਸਾਲਾਂ ਤੇ ਮੰਨ ਰਹੇ ਆ, ਪਰ ਉਹ ਕਹਿੰਦੇ ਵੀ ਮੁੜ ਕੇ ਤੁਸੀਂ ਸਾਡੇ ਤੇ ਹਮਲਾ ਨਹੀਂ ਕਰੋਗੇ, ਤੇ ਸਾਡੇ ਜਿੰਨੇ ਜਿਹੜੇ ਐਸੈਟਸ ਆ ਪੂਰੀ ਦੁਨੀਆ ਦੇ ਵਿੱਚ ਜਿਹੜੇ ਫਰੀਜ਼ ਕੀਤੇ ਹੋਏ ਹੈਗੇ ਆ, ਉਹਨਾਂ ਨੂੰ ਬਿਲੀਅਨਸ ਆਫ ਡਾਲਰ ਨੂੰ ਛੱਡਿਆ ਜਾਊਗਾ। ਸੋ ਇਸ ਮੈਮੋ ਦੇ ਵਿੱਚ ਹਜੇ ਹੋਰ ਜਿਹੜੀਆਂ ਗੱਲਬਾਤ ਆ ਉਹ ਆਣੀਆਂ, ਤੇ ਇੱਕ ਇਹ ਆ ਸਟੇਟ ਆਫ ਹਾਰਮੋਜ਼, ਉਸ ਤੋਂ ਜੋ ਵੀ ਜਿਹੜਾ ਸ਼ਿਪ ਜਾਂਦਾ ਉਸ ਨੂੰ ਰੋਕਿਆ ਨਹੀਂ ਜਾਊਗਾ। ਇਹ ਇੱਕ ਦੋਨਾਂ ਹੀ, ਚਾਹੇ ਉਹ ਅਮਰੀਕਾ ਹੋਵੇ ਚਾਹੇ ਉਹ ਈਰਾਨ ਹੋਵੇ। ਸੋ ਦ 1 ਪੇਜ 14 ਪੁਆਇੰਟ ਦਾ ਮੈਮੋਰੰਡਮ ਆ, MOU, ਜਿਹੜਾ ਨੈਗੋਸ਼ੀਏਟ ਹੋ ਰਿਹਾ ਹੈਗਾ। ਟਰੰਪ ਉਹਨਾਂ ਦੇ ਜਿਹੜੇ ਸਪੈਸ਼ਲ ਇਨਵੋਇਸ ਆ ਸਟੀਵ ਵਿਟਕੋਫ ਤੇ ਜੈਰਡ ਕਸ਼ਨਰ ਤੇ ਕਈ ਇਰਾਨੀਅਨ ਆਫੀਸ਼ੀਅਲਸ ਹੈਗੇ ਆ, ਮੀਡੀਏਟਰਸ ਦੇ ਥਰੂ ਇਹ ਹੋ ਰਿਹਾ। ਕਹਿੰਦੇ ਵੀ ਇਹ ਜਿਹੜਾ ਪਹਿਲਾਂ 30 ਦਿਨਾਂ ਦੇ ਵਿੱਚ ਜਿਹੜਾ ਸਟਾਰਟ ਹੋਇਆ ਸੀ ਉਹੀ ਅੱਗੇ ਚੱਲ ਰਿਹਾ ਹੈਗਾ। ਨੈਗੋਸ਼ੀਏਸ਼ਨਸ ਜਿਹੜੀਆਂ ਫਾਈਨਲ ਆ ਉਹ ਫਿਰ ਇਸਲਾਮਾਬਾਦ ਜਾਂ ਜਨੇਵਾ ਦੇ ਵਿੱਚ ਸਾਈਨ ਅਪ ਹੋ ਸਕਦੀਆਂ ਹੈਗੀਆਂ ਆ। ਸੋ ਈਰਾਨ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਆ ਸ਼ਿਪਿੰਗ ਥਰੂ ਸਟ੍ਰੇਟ ਆਫ ਹਾਰਮੋਜ਼, ਤੇ US ਨੇ ਜਿਹੜੇ US ਦੀ ਨੇਵੀ ਨੇ ਬਲੌਕ ਕੀਤੇ ਹੋਏ ਆ ਉਹਨਾਂ ਦੇ ਕਈ ਜਿਹੜੇ ਤੱਟ ਵਾਲੇ ਏਰੀਏ ਆ, ਤੇ ਉੱਥੇ ਵੀ ਜਿਹੜਾ ਆ ਉਹਨੂੰ ਉਸ ਨੂੰ ਜਿਹੜਾ ਰਿਮੂਵ ਕੀਤਾ ਜਾਊਗਾ। ਸੋ ਹੋਪਫੁਲੀ ਇਹਦੇ ਨਾਲ ਅੱਜ ਮਾਰਕੀਟ ਦੇ ਵਿੱਚ ਵੀ ਤੇਲ ਦੇ ਉੱਤੇ ਵੀ ਜਿਹੜਾ ਕਾਫੀ ਜ਼ਿਆਦਾ ਅਸਰ ਪਿਆ ਹੈਗਾ। ਆਇਲ ਪਲੰਜਸ, ਤੇਲ ਦੀ ਕੀਮਤਾਂ ਕਾਫੀ ਘਟ ਗਈਆਂ ਹੈਗੀਆਂ, ਤੇ ਕਹਿੰਦੇ ਵੀ ਗੈਸ ਦੀ ਪ੍ਰਾਈਸ $4.5 ਤੋਂ ਉੱਪਰ ਹੋ ਚੁੱਕੀ ਹੈਗੀ ਆ। ਸੋ ਲੋਕਾਂ 'ਚ ਹਾਹਾਕਾਰ ਤਾਂ ਮਚੀ ਹੋਈ ਹੈਗੀ ਆ। ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਤਾਂ $6 ਦੇ ਲਾਗੇ ਛਾਗੇ ਹੈਗੀ ਆ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪੋਸਟ ਮਿੰਟ ਇੱਕ ਪੋਸਟ ਪਾਈ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਸਟੇਟ ਆਫ ਹਾਰਮੋਜ਼ ਖੁੱਲ ਜਾਂਦੀ ਹੈ, ਈਰਾਨ ਵਾਲੇ ਕੁਝ ਨਹੀਂ ਕਰਦੇ ਹੈਗੇ ਉੱਥੇ, ਤੇ ਅਸੀਂ ਇਮੀਡੀਏਟਲੀ ਜਿਹੜੀ ਆ ਜੰਗ ਆ ਉਹ ਖਤਮ ਕਰ ਦੇਵਾਂਗੇ।
ਸੋ ਯੂਐਸ ਇਹ ਤੋਂ ਬਾਅਦ ਯੂਐਸ ਦਾ ਜਿਹੜਾ ਕਰੂਡ ਆਇਲ ਪ੍ਰਾਈਸ ਆ ਉਹ 15% ਡਿੱਪ ਹੀ ਹੁਣ $88 ਪਰ ਬੈਰਲ ਹੋ ਗਈ ਹੈਗੀ ਆ। ਇੰਟਰਨੈਸ਼ਨਲ ਜਿਹੜਾ ਬ੍ਰੈਂਟ ਕਰੂਡ ਆਇਲ ਆ ਉਹ 11% ਗਿਆ, ਉਹ $96 ਪਰ ਬੈਰਲ ਇਸ ਟਾਈਮ ਦੇ ਉੱਤੇ ਹੈਗਾ। ਜੀ ਹਰਜੋਤ ਸਿੰਘ ਜੀ, ਉਸ ਤੋਂ ਬਾਅਦ ਫਿਰ ਥੋੜੇ ਦੋਨੋਂ ਹੀ ਜਿਹੜੇ ਚੜ ਗਏ ਆ। ਮੈਂ ਮੌਜੂਦਾ ਕਰੰਟ ਸਿਚੁਏਸ਼ਨ ਦੇਖ ਰਿਹਾ ਸੀ ਬ੍ਰੈਂਟ ਦੀ, ਉਹ $102 ਤੇ ਆ ਗਿਆ ਆ, ਤੇ ਜਿਹੜਾ ਅਮਰੀਕਾ ਦਾ ਵੀ ਕੱਚਾ ਤੇਲ ਆ ਉਹ $95 ਦੇ ਉੱਤੇ ਦੁਬਾਰਾ ਜਿਹੜਾ ਉਹ ਆ ਗਿਆ। ਪਰ ਓਵਰਆਲ ਗਿਰਾਵਟ ਆ ਕੱਲ ਦੇ ਜੇ ਮੁਕਾਬਲੇ ਆਪਾਂ ਦੇਖਿਆ ਜਿਹੜਾ ਹੋ ਜਾਵੇ, ਪਰ ਇੱਕ ਵਾਰੀ ਇਸ ਤੋਂ ਥੱਲੋਂ ਜਾ ਕੇ ਫਿਰ ਦੁਬਾਰਾ ਤਾਂ ਨੂੰ ਆਇਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ, ਸੋ 14 ਪੁਆਇੰਟਾਂ ਦਾ ਜਿੱਦਾਂ ਤੁਸੀਂ ਦੱਸਿਆ ਵੀ ਪ੍ਰਪੋਜ਼ਲ ਆ ਉਹ ਸਾਹਮਣੇ ਆਇਆ ਆ। ਟਰੰਪ ਉਹਨਾਂ ਨੇ ਨਾਲ ਧਮਕੀ ਵੀ ਦੇ ਦਿੱਤੀ, ਕਹਿੰਦੇ ਵੀ ਜੇ ਡੀਲ ਨਾ ਹੋਈ ਤਾਂ ਮੱਚ ਹਾਇਰ ਲੈਵਲ ਅਟੈਕਸ ਜਿਹੜੇ ਆ ਉਹ ਤੁਹਾਡੇ ਉੱਤੇ ਕਿਤੇ ਜਿਹੜੇ ਉਹ ਹੋ ਜਾਣਗੇ ਐਟ ਮੱਚ ਹਾਇਰ ਲੈਵਲ ਐਂਡ ਇੰਟੈਂਸਿਟੀ than before the ceasefire if Iran does not agree on a deal। ਜਿਹੜਾ ਪਾਕਿਸਤਾਨ ਆ ਉਹ ਵਿਚੋਲਗਰੀ ਦੀ ਜਿਹੜੀ ਇਸ ਟਾਈਮ ਭੂਮਿਕਾ ਆ ਉਹ ਨਿਭਾ ਰਿਹਾ ਹੈ। ਇਰਾਨ ਦੇ ਫੋਰਨ ਮਿਨਿਸਟਰੀ ਦੇ ਜਿਹੜੇ ਸਪੋਕਸਮੈਨ ਆ ਉਹਨਾਂ ਨੇ ਕਿਹਾ ਵੀ ਅਜੇ ਹਾਲ ਦੀ ਘੜੀ ਇਹ ਜਿਹੜਾ ਲੇਟੈਸਟ ਪ੍ਰਪੋਜ਼ਲ ਯੂਐਸ ਦਾ ਆਇਆ ਆ ਉਸ ਦੇ ਉੱਤੇ ਅਸੀਂ ਕੋਈ ਟਿੱਪਣੀ ਨਹੀਂ ਦਿੱਤੀ, ਜਵਾਬ ਜਿਹੜਾ ਉਹ ਨਹੀਂ ਦਿੱਤਾ, ਪਰ ਜਿਹੜੇ ਸਾਡੇ ਡਿਪਲੋਮੈਟਿਕ ਮੈਸੇਜ ਆ ਉਹ ਪਾਕਿਸਤਾਨ ਦੇ ਜ਼ਰੀਏ ਅਮਰੀਕਾ ਨੂੰ ਜਿਹੜਾ ਉਹ ਘਲਾਏ ਜਾ ਰਹੇ ਆ। ਅਮਰੀਕਾ ਨੇ ਕੱਲ ਆਪਣਾ ਜਿਹੜਾ ਪ੍ਰੋਜੈਕਟ ਫਰੀडम ਸੀਗਾ ਉਸ ਨੂੰ ਵਿੱਚੇ ਹੀ ਰੋਕ ਦਿੱਤਾ ਸੀਗਾ, ਕਹਿੰਦੇ ਵੀ ਚਲੋ ਨੈਗੋਸ਼ੀਏਸ਼ਨ ਆ, ਗੱਲਬਾਤ ਜਿਹੜੀ ਹੋ ਰਹੀ ਆ ਉਸ ਨੂੰ ਦੇਖ ਲਿਆ ਜਾਵੇ ਵੀ ਕੀ ਅੱਗੇ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਆ। ਉਧਰ ਲਬਨਾਨ ਤੇ ਇਜ਼ਰਾਈਲ ਦੇ ਵਿਚਾਲੇ ਵੀ ਕਹਿੰਦੇ ਆ ਵੀ ਗੱਲਬਾਤ ਦੀ ਚਰਚਾ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਆ ਕੀ ਹੁੰਦਾ ਹੈ। ਲੈਬਨੀਜ਼ ਦੀ ਜਿਹੜੀ ਪਾਰਲੀਮੈਂਟ ਦੇ ਸਪੀਕਰ ਆ ਉਹਨਾਂ ਨੇ ਕਿਹਾ ਵੀ ਲੈਬਨਾਨ ਕੋਈ ਵੀ ਇਰਾਨ ਤੇ ਯੂਐਸ ਦੀ ਡੀਲ ਦੇ ਵਿੱਚ ਹਿੱਸੇਦਾਰ ਹੈਗਾ ਆ, ਉਹ ਵੀ ਪਾਰਟ ਹੈਗਾ ਆ, ਇਜ਼ ਅ ਪਾਰਟ ਆਫ ਐਨੀ ਇਰਾਨ ਯੂਐਸ ਡੀਲ। ਨਬੀ ਬੇਰੀ ਜਿਹੜੇ ਉਹ ਪਾਰਲੀਮੈਂਟ ਦੇ ਉੱਥੋਂ ਦੇ ਲੈਬਨਾਨ ਦੇ ਸਪੀਕਰ ਆ, ਉਹਨਾਂ ਨੇ ਇਹ ਜਿਹੜਾ ਉਹ ਕਿਹਾ ਆ। ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਐਗਰੀਮੈਂਟ ਇਜ਼ਰਾਈਲ ਦੇ ਨਾਲ ਹੁੰਦਾ ਆ ਵੀ ਸਾਨੂੰ ਗਰੰਟੀ ਚਾਹੀਦੀ ਆ ਵੀ ਜਿਹੜਾ ਤੈਲ ਅਵੀਵ ਆ ਇਜ਼ਰਾਈਲ ਵਾਲੇ ਬਾਅਦ ਦੇ ਵਿੱਚ ਇਹਨਾਂ ਜਿਹੜੀਆਂ ਬਣਾਈਆਂ ਹੋਈਆਂ ਗਰੰਟੀਜ਼ ਦਿੱਤੀਆਂ ਹੋਈਆਂ ਆ ਉਹਨਾਂ ਨੂੰ ਤੋੜਨਗੇ ਨਹੀਂ। ਸੋ ਕਹਿੰਦੇ ਵੀ ਇੱਧਰੋਂ ਹਿਜ਼ਬੁੱਲਾ ਵਾਲੇ ਤਾਂ ਕਮਿਟ ਕਰ ਰਹੇ ਆ, ਪਰ ਉਧਰਲੇ ਪਾਸੋਂ ਜਿਹੜੇ ਤੈਲ ਅਵੀਵ ਵਾਲੇ ਆ ਉਸ ਨੂੰ ਬਾਰ-ਬਾਰ ਵਾਇਲੇਟ ਕੀਤਾ ਜਾ ਰਿਹਾ ਹੈਗਾ ਆ। ਉਧਰ ਇਰਾਨ ਦਾ ਜਿਹੜਾ ਫੋਰਨ ਮਿਨਿਸਟਰ ਆ ਅਬਾਸ ਅਰਾਗਚੀ, ਉਹਨਾਂ ਨੇ ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ ਦੇ ਨਾਲ ਮੁਲਾਕਾਤ ਅੱਜ ਕੀਤੀ ਹੈਗੀ ਆ। ਹੋ ਸਕਦਾ ਹੈ ਵੀ ਜਿਹੜੇ ਇਰਾਨ ਵਾਲੇ ਆ ਵਿਚਾਲੇ ਚਾਈਨਾ ਨੂੰ ਵੀ ਜਿਹੜਾ ਉਹ ਪਾ ਰਹੇ ਹੋਣ ਵੀ ਕਿਸੇ ਨਾ ਕਿਸੇ ਤਰੀਕੇ ਇਹ ਹੁਣ ਸਮਝੌਤਾ ਹੋ ਜਾਵੇ। ਇੱਕ ਚੀਜ਼ ਜਿਹੜੀ ਆ ਹਰਜੋਤ ਸਿੰਘ ਜੀ ਸਮਝ ਆ ਰਹੀ ਆ ਵੀ ਇਰਾਨ ਵੀ ਦਾ ਇਸ ਟਾਈਮ ਹੁਣ ਕੋਈ ਇਰਾਦਾ ਨਹੀਂ ਲੱਗ ਰਿਹਾ ਵੀ ਉਹ ਗਾਂ ਅੱਗੇ ਲੜਾਈ ਜਿਹੜੀ ਉਹ ਲੜੇ। ਇੱਥੋਂ ਤੱਕ ਕਿ ਅਮਰੀਕਾ ਦਾ ਵੀ ਐਪੇਟਾਈਟ ਆ ਉਹ ਕਿਤੇ ਨਾ ਕਿਤੇ ਇਸ ਦੇ ਵਿੱਚ ਲੂਜ਼ ਹੋਇਆ ਆ। ਹੁਣ ਦੋਨੋਂ ਹੀ ਮੁਲਕ ਆਪੋ ਆਪਣੇ ਕਹਿ ਲਓ ਵੀ ਗੁੱਸਾ ਗਿਲਾ ਜਿਹੜਾ ਉਹ ਕੱਢ ਕੇ ਲੜਾਈ ਲੜੂਈ ਕਰਕੇ ਤਾਂ ਹੁਣ ਆਰਾਮ ਨਾਲ ਥੋੜਾ ਜਿਹਾ ਬੈਠਣਾ ਜਿਹੜਾ ਉਹ ਚਾਹੁੰਦੇ ਆ। ਪਰ ਇਧਰੋਂ ਇਸ਼ਾਰੇ ਬਾਰ-ਬਾਰ ਜਿਹੜੇ ਅਮਰੀਕਾ ਦੇ ਵੱਲੋਂ ਮਿਲ ਰਹੇ ਆ ਇਰਾਨ ਨੂੰ, ਜਿਹੜਾ ਬਾਰ-ਬਾਰ ਜਿਹੜੀਆਂ ਧਮਕੀਆਂ ਵੀ ਜਿਹੜੀਆਂ ਦਿੱਤੀਆਂ ਜਾ ਰਹੀਆਂ, ਨਸੀਹਤਾਂ ਵੀ ਨਾਲ ਦੇ ਨਾਲ ਹੀ ਆ ਵੀ ਜੇ ਤੁਸੀਂ ਡੀਲ ਨਾ ਮੰਨੀ ਤਾਂ ਫਿਰ ਆਪਾਂ ਜਿਹੜੀ ਲੜਾਈ ਆ ਮੁੜ ਦੁਬਾਰਾ ਵੀ ਚਾਲੂ ਜਿਹੜੀ ਉਹ ਕਰ ਸਕਦੇ ਆ ਤੇ ਹੋਰ ਵੀ ਜ਼ਿਆਦਾ ਤੇਜ਼ ਜਿਹੜੀ ਉਹ ਹੋਵੇਗੀ। ਸੋ ਚਾਈਨਾ ਵੀ ਇਸ ਗੱਲਬਾਤ ਦੇ ਵਿੱਚ ਐਡ ਹੋ ਸਕਦਾ ਆ। ਇਹ ਆਈਆਂ ਅੰਦਰ ਖਾਤੇ ਬਿਹਾਈਂਡ ਕਲੋਜ਼ ਡੋਰਸ ਜਾਂ ਬੈਕ ਐਂਡ ਦੇ ਉੱਤੇ ਜਿਹੜੀਆਂ ਬੈਕ ਡੋਰਸ ਹੁੰਦੀਆਂ ਉਹ ਬੈਕ ਚੈਨਲਸ ਦੇ ਜ਼ਰੀਏ ਸ਼ਾਇਦ ਗੱਲਬਾਤ ਵੀ ਹੋ ਰਹੀ ਹੋਵੇ। ਰੀਜ਼ਨ ਇਹਦੇ ਵਿੱਚ ਇਹ ਵੀ ਹਰਜੋਤ ਸਿੰਘ ਜੀ ਇਸ ਮਹੀਨੇ ਦੇ ਵਿੱਚ ਇਹ ਕਿਆਸ ਰਹੀਆਂ ਆ ਵੀ ਟਰੰਪ ਤੇ ਜਿਹੜੇ ਸ਼ੀ ਜਿਨਪਿੰਗ ਆ ਚਾਈਨਾ ਦਾ ਜਿਹੜਾ ਪ੍ਰੈਜ਼ੀਡੈਂਟ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਆ ਉਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੋਣੀ ਹੈ। ਜਦੋਂ ਮੁਲਾਕਾਤ ਹੋਊਗੀ ਤਾਂ ਆਬਵੀਅਸਲੀ ਗੱਲ ਆ ਇਰਾਨ ਫਰੰਟ ਐਂਡ ਸੈਂਟਰ ਉਹ ਗੱਲਬਾਤ ਦੇ ਵਿੱਚ ਨਾਲ ਦੇ ਨਾਲ ਰਹੇਗਾ ਤੇ ਜਿੱਥੇ ਅਮਰੀਕਾ ਤੇ ਚਾਈਨਾ ਦੀ ਆਪਸ ਦੇ ਵਿੱਚ ਟ੍ਰੇਡ ਡੀਲਸ ਨੂੰ ਲੈ ਕੇ ਵੀ ਚਰਚਾ ਹੋਣ ਦੀ ਕਿਆਸ ਰਹੀ ਜਿਹੜੀ ਹੈਗੀ ਆ। ਸੋ 14 ਤੇ 15 ਮਈ ਨੂੰ ਹਰਜੋਤ ਸਿੰਘ ਜੀ ਜਿਹੜੇ ਚਾਈਨੀਜ਼ ਪ੍ਰੈਜ਼ੀਡੈਂਟ ਆ ਸ਼ੀ ਜਿਨਪਿੰਗ ਬੀਜਿੰਗ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਹੋਊਗੀ ਤੇ ਇਹ ਜਿਹੜੀ ਮੁਲਾਕਾਤ ਹੁਣ 2 ਹਫ਼ਤੇ ਪਹਿਲਾਂ ਤਕਰੀਬਨ 10 ਦਿਨ ਪਹਿਲਾਂ ਆਈ ਆ। ਜਿਹੜਾ ਇਰਾਨ ਦਾ ਫੋਰਨ ਮਿਨਿਸਟਰ ਆ ਉਹ ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰ ਨੂੰ ਉੱਥੇ ਮੁਲਾਕਾਤ ਕਰਨ ਦੇ ਲਈ ਆ ਗਿਆ ਆ। ਯੂਐਸ ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਉਹਨਾਂ ਨੇ ਵੀ ਚਾਈਨਾ ਨੂੰ ਗੁਹਾਰ ਲਾਈ ਸੀ ਵੀ ਇਰਾਨ ਦੇ ਉੱਤੇ ਦਬਾਅ ਪਾਓ ਵੀ ਜਿਹੜਾ ਸਟੇਟ ਆਫ ਹਾਰਮਜ਼ ਨੂੰ ਰੋਕ ਕੇ ਬੈਠੇ ਆ ਵੀ ਇਸ ਨੂੰ ਖੋਲਿਆ ਜਾਵੇ ਤੇ ਦੁਨੀਆ ਦਾ ਜਿਹੜਾ 20% ਤੇਲ ਰੁਕਿਆ ਪਿਆ ਆ ਇਹਨਾਂ ਦੇ ਸਟੇਟ ਆਫ ਹਾਰਮਜ਼ ਨੂੰ ਰੋਕਣ ਦੇ ਕਰਕੇ ਉਹ ਦੁਬਾਰਾ ਚੱਲਣਾ ਸ਼ੁਰੂ ਹੋਵੇ ਕਿਉਂਕਿ ਸਪਲਾਈ ਚੇਨ ਦੀ ਬਹੁਤ ਜ਼ਿਆਦਾ
ਦਿੱਕਤ ਆ ਰਹੀ ਹੈਗੀ ਆ। ਟਰੰਪ ਹੋਣਾ ਨੇ ਤਾਂ ਚਾਈਨੀਜ਼ ਵੈਸਲਸ ਨੂੰ ਜਿਹੜਾ ਤੰਜ ਕੱਸਦੇ ਹੋਏ ਕਿਹਾ, ਕਹਿੰਦਾ ਵੀ ਤੁਸੀਂ ਉੱਥੇ ਤੱਕ ਜਾਣਾ ਹੀ ਆ, ਹਾਰਮੋਜ਼ ਤੱਕ, ਮਾੜਾ ਜਿਹਾ ਹੀ ਅੱਗੇ ਆ ਜਾਓ, ਕੁਝ ਜ਼ਿਆਦਾ ਨਹੀਂ, 5000 ਮੀਲ ਹੀ ਦੂਰ ਆ, ਵੀ ਟੈਕਸਸ ਚ ਆ ਜਾਓ, ਲੂਜ਼ੀਆਨਾ ਚ ਆ ਜਾਓ, ਇੱਥੇ ਹੀ ਤੁਹਾਨੂੰ ਤੇਲ ਭਰ ਕੇ ਜਿਹੜਾ ਉਹ ਘਲਾ ਦਿੰਦੇ ਆ, ਤੁਸੀਂ ਆਓ ਤਾਂ ਜਿਹੜਾ ਉਹ ਸਹੀ। ਸੋ ਉਦਾਂ ਕਈ ਸ਼ਿਪਸ ਜਿਹੜੀਆਂ ਉਹ ਲੂਜ਼ੀਆਨਾ ਤੇ ਟੈਕਸਸ ਵੱਲ ਨੂੰ ਵੀ ਜਿਹੜੀਆਂ ਉਹ ਆ ਰਹੀਆਂ ਆ, ਪਰ ਉਹਦੇ ਵਿੱਚ ਇਹ ਇੱਕ ਦੇਖਣ ਵਾਲੀ ਗੱਲ ਹੋਊਗੀ ਵੀ ਹਾਲ ਦੀ ਘੜੀ ਜਿਹੜੇ ਇੱਥੇ ਦੇ ਪੋਰਟਸ ਆ, ਇੱਥੇ ਤੇਲ ਭਰਨ ਦੀ ਜਿਹੜੀ ਕੈਪੈਸਿਟੀ ਆ ਉਹ ਇੰਨੀ ਜ਼ਿਆਦਾ ਤੇਜ਼ ਨਹੀਂ ਹੋਈ ਵੀ ਇੰਨੀਆਂ ਜ਼ਿਆਦੀਆਂ ਸ਼ਿਪਸ ਉਹਨਾਂ ਸਾਰਿਆਂ ਨੂੰ ਐਂਟਰਟੇਨ ਕੀਤਾ ਜਿਹੜਾ ਉਹ ਜਾ ਸਕੇ। ਪਰ ਇਹ ਆ ਵੀ ਆਪਸ ਦੇ ਵਿੱਚ ਹੁਣ ਸਮਝੌਤੇ ਵੱਲ ਨੂੰ ਗੱਲ ਵੱਧਦੀ ਨਜ਼ਰ ਆ ਰਹੀ ਆ, ਬਸ਼ਰਤੇ ਈਰਾਨ ਅਮਰੀਕਾ ਦੁਆਰਾ ਘੱਲਿਆ ਗਿਆ ਪ੍ਰਪੋਜ਼ਲ ਆ ਉਸ ਨੂੰ ਮੰਨ ਲਵੇ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਵਾਸ਼ਿੰਗਟਨ ਪੋਸਟ ਨੇ ਅੱਜ ਇੱਕ ਸਟੋਰੀ ਰਨ ਕੀਤੀ ਹੈਗੀ ਆ, ਜਿਹਦੇ ਵਿੱਚ ਸੇਮ ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਦੇ ਜਿਹੜੇ ਬੇਸ ਸੀਗੇ ਉੱਥੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ, ਜਿਹੜੇ ਅਮਰੀਕਾ ਦੇ ਬੇਸ ਲੱਗ ਵਾਲੇ ਗੁਲਫ ਦੀਆਂ ਹੋਰ ਸਟੇਟਸ ਦੇ ਵਿੱਚ ਸੀਗੇ। ਪਹਿਲਾਂ ਨਿਊਯਾਰਕ ਟਾਈਮ ਨੇ ਰਿਪੋਰਟ ਛਾਪੀ ਸੀ, ਅੱਜ ਵਾਸ਼ਿੰਗਟਨ ਪੋਸਟ ਨੇ ਇਹ ਕਿਹਾ ਵੀ ਇਰਾਨ ਵਾਲਿਆਂ ਨੇ ਯੂਐਸ ਦੇ ਮਿਲਟਰੀ ਐਸੈਟਸ ਬਹੁਤ ਜ਼ਿਆਦਾ ਜਿਹੜੇ ਨੁਕਸਾਨੇ ਹੈਗੇ ਆ। 228 ਸਟਰਕਚਰ ਤੇ ਪੀਸਸ ਆਫ ਇਕਵਿਪਮੈਂਟ ਜੋ ਯੂਐਸ ਮਿਲਟਰੀ ਸਾਈਟਸ ਦੇ ਉੱਤੇ ਆ, ਉਹ ਉਹਨਾਂ ਨੇ ਡੈਮੇਜ ਕੀਤਾ ਜਦੋਂ ਸ਼ੁਰੂਆਤ ਦੇ ਵਿੱਚ ਜੰਗ ਸ਼ੁਰੂ ਹੋਈ ਹੈਗੀ ਆ। ਸੋ ਕਿੰਨਾ ਕੁ ਜ਼ਿਆਦਾ ਉਹਨਾਂ ਨੂੰ ਨੌਲੇਜ ਸੀ, ਕਿਹੜੀਆਂ ਪਾਵਰਾਂ ਜਿਹੜੀਆਂ ਉਹਨਾਂ ਨੂੰ ਸੈਟੇਲਾਈਟ ਦੀ ਜਿਹੜੇ ਇਨਫੋਰਮੇਸ਼ਨ ਦੇ ਰਹੀ ਸੀ ਵੀ ਕਿੱਥੇ ਕਿੱਥੇ ਜਿਹੜੇ ਬੇਸ ਆ, ਕਿੱਥੇ ਕਿੱਥੇ ਅਮਰੀਕਾ ਦੇ ਫੌਜੀ ਹੈਗੇ ਆ। ਸੋ ਵਾਰ ਜਿਹੜੀ ਜੰਗ ਆ ਸਟਾਰਟ ਹੋਈ ਸੀ ਫਰਵਰੀ 28 ਨੂੰ, ਤੇ ਤੁਹਾਨੂੰ ਪਤਾ ਹੀ ਆ ਵੀ 7 ਸਾਡੇ ਜਿਹੜੇ ਸਰਵਿਸ ਮੈਂਬਰਸ ਆ ਉਹਨਾਂ ਦੀ ਮੌਤ ਹੋਈ ਹੈਗੀ ਆ, ਤੇ 6 ਕੁਵੈਤ ਦੇ ਵਿੱਚ, ਇੱਕ ਸਾਊਦੀ ਅਰੇਬੀਆ ਦੇ ਵਿੱਚ, 400 ਤੋਂ ਵੱਧ ਜਿਹੜੇ ਸਾਡੇ ਫੌਜੀ ਆ ਉਹਨਾਂ ਦੇ ਸੱਟਾਂ ਲੱਗੀਆਂ। ਇਹ ਯੂਐਸ ਮਿਲਟਰੀ ਨੇ ਅਪ੍ਰੈਲ ਮਹੀਨੇ ਦੇ ਵਿੱਚ ਦੱਸਿਆ ਸੀਗਾ। ਜਿਨ੍ਹਾਂ ਦੇ ਸੱਟਾਂ ਲੱਗੀਆਂ ਸੀਗੀਆਂ ਉਹ ਥੋੜੇ ਦਿਨਾਂ ਦੇ ਬਾਅਦ ਹੀ ਉਹਨਾਂ ਨੂੰ ਫੇਰ ਸਰਵਿਸ ਦੇ ਉੱਤੇ ਲਾ ਦਿੱਤਾ ਗਿਆ, ਕਿਉਂਕਿ ਕਈਆਂ ਦੇ ਘੱਟ ਸੀਗੀਆਂ। 12 ਦੇ ਜਿਹੜੇ ਸੱਟਾਂ ਲੱਗੀਆਂ ਸੀ ਉਹ ਕਾਫੀ ਸੀਰੀਅਸ ਸੀਗੀਆਂ, ਇਹ ਯੂਐਸ ਦੇ ਆਫੀਸ਼ੀਅਲਸ ਨੇ ਦੱਸਿਆ ਹੈਗਾ। ਵਾਸ਼ਿੰਗਟਨ ਪੋਸਟ ਲਿਖਦਾ ਵੀ ਸੈਟੇਲਾਈਟ ਇਮੇਜਨਰੀ ਜਿਹੜੀ ਆ ਇਮੇਜਨਰੀ ਮਿਡਲ ਈਸਟ, ਕਹਿੰਦੇ ਵੀ ਬਹੁਤ ਔਖੀ ਆ ਐਕਵਾਇਰ ਕਰਨੀ। 2 ਵੱਡੀਆਂ ਕਮਰਸ਼ੀਅਲ ਪ੍ਰੋਵਾਈਡਰਸ ਹੈਗੇ ਆ ਜਿਹੜੇ ਸੈਟੇਲਾਈਟ ਇਨਫੋਰਮੇਸ਼ਨ ਦਿੰਦੇ ਆ, ਵੈਂਟੋਰ ਤੇ ਪਲੈਨਟ ਕਰਕੇ। ਉਹ ਯੂਐਸ ਗਵਰਨਮੈਂਟ ਨੂੰ ਵੀ ਸਪੋਰਟ ਕਰਦੇ ਆ, ਇਹਨਾਂ ਦੇ ਵੱਡੇ ਜਿਹੜੇ ਯੂਐਸ ਗਵਰਨਮੈਂਟ ਦੇ ਕਸਟਮਰ ਹੈਗੇ ਆ। ਸੋ ਉਹਨਾਂ ਨੇ ਈਰਾਨ ਤੋਂ ਵੀ ਇਨਫੋਰਮੇਸ਼ਨ ਲਈ ਹੈ, ਇਰਾਨੀਅਨ ਸਟੇਟ ਅਫੀਲੀਏਟਡ ਨਿਊਜ਼ ਏਜੰਸੀ ਤੇ 128 ਪਿਕਚਰਸ ਉਹਨਾਂ ਨੇ ਅੱਜ ਆਪਣੇ ਵੈਬਸਾਈਟ ਦੇ ਉੱਤੇ ਪਾਈਆਂ ਹੈਗੀਆਂ ਤੇ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਆ ਅਮਰੀਕਨ ਜਿਹੜੇ ਬੇਸਿਸ ਦਾ ਉਹ ਈਰਾਨ ਵਾਲਿਆਂ ਨੇ ਇਸ ਜੰਗ ਦੇ ਦੌਰਾਨ ਕੀਤਾ ਹੈਗਾ। ਯੂਐਸ ਸੈਂਟਰਲ ਕਮਾਂਡ ਜਿਹਦੀ ਰਿਸਪੌਂਸਿਬਿਲਟੀ ਆ ਮਿਡਲ ਈਸਟ ਦੇ ਵਿੱਚ, ਉਹਨਾਂ ਨੇ ਇਹਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਆ ਟਿੱਪਣੀ ਨਹੀਂ ਦਿੱਤੀ ਹੈਗੀ। ਪਹਿਲਾਂ ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ ਸੀਗਾ ਵੀ 14 ਜਿਹੜੇ ਮਿਲਟਰੀ ਦੇ ਸਾਈਟ ਆ ਜਾਂ 에ਅਰ ਡਿਫੈਂਸ ਇੰਸਟਾਲੇਸ਼ਨਸ ਆ ਉਹਨਾਂ ਦੇ ਉੱਤੇ ਈਰਾਨ ਵੱਲੋਂ ਅਟੈਕ ਕੀਤਾ ਗਿਆ ਸੀ, ਚਾਹੇ ਉਹ ਇਰਾਕ ਸੀ, ਸਾਊਦੀ ਅਰੇਬੀਆ, ਕੁਵੈਤ, ਇਹਨਾਂ ਮੁਲਕਾਂ ਦੇ ਵਿੱਚ ਸੀਗੇ। ਤੇ ਅੱਜ ਵਾਸ਼ਿੰਗਟਨ ਪੋਸਟ ਨੇ ਉਹ ਸਾਰੀਆਂ ਪਿਕਚਰਾਂ ਵੀ ਜਿਹੜੀਆਂ ਸੈਟੇਲਾਈਟ ਦੀਆਂ ਉਹ ਲਾ ਦਿੱਤੀਆਂ ਵੀ ਪਹਿਲਾਂ ਬੇਸ ਕਿੱਦਾਂ ਦਾ ਸੀ, ਹੁਣ ਜਿਹੜਾ ਤਬਾਹ ਹੋਇਆ ਜਾਂ ਨੁਕਸਾਨਿਆ ਬੇਸ ਜਿਹੜਾ ਆ ਉਹ ਕਿੱਦਾਂ ਦਾ ਆ। ਵਾਸ਼ਿੰਗਟਨ ਪੋਸਟ ਨੇ ਇਹ ਕਿਹਾ ਵੀ ਜਿਹੜੇ ਸੈਟੇਲਾਈਟ ਕਮਿਊਨੀਕੇਸ਼ਨ ਸਾਈਟ ਸੀਗੇ ਉਹਦੇ 에ਅਰਬੇਸ ਕਤਰ ਦੇ ਵਿੱਚ, ਪੈਟਰੀਅਟ ਮਿਜ਼ਾਈਲ ਡਿਫੈਂਸ ਇਕਵਿਪਮੈਂਟ ਰੀਫਾ ਤੇ ਆਇਸਾ 에ਅਰਬੇਸ ਬਹਿਰੀਨ, ਅਲੀ ਅਲ ਸਲੀਮ 에ਅਰਬੇਸ ਕੁਵੈਤ ਦੇ ਵਿੱਚ, ਤੇ ਸੈਟੇਲਾਈਟ ਡਿਸ਼ ਨੇਵਲ ਸਪੋਰਟ ਐਕਟੀਵਿਟੀ ਜਿਹੜੀ ਆ ਬਹਿਰੀਨ ਦੇ ਵਿੱਚ, ਜਿੱਥੇ ਹੈੱਡਕੁਆਟਰ ਸੀਗਾ ਯੂਐਸ ਦਾ 5th ਫਲੀਟ, ਤੇ ਪਾਵਰ ਪਲਾਂਟ ਤੇ ਕੈਂਪ ਬਿਹਰਿੰਗ ਇਨ ਕੁਵੈਤ, ਤੇ 5 ਫਿਊਲ ਸਟੋਰੇਜ ਬਲੈਡਰ ਸਾਈਟਸ। ਇਹ ਸਾਰਿਆਂ ਦੇ ਉੱਤੇ ਜਿਹੜਾ ਉਹਨਾਂ ਨੇ ਅਟੈਕ ਕੀਤਾ ਹੈ ਤੇ ਸਾਰਿਆਂ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਡੈਮੇਜ ਹੋਇਆ। ਜਿੰਨੇ ਵੀ ਕੈਂਪ 14 ਦੇ ਕਰੀਬ ਇਹਨਾਂ ਦੇ ਵੱਖ-ਵੱਖ ਹੈਗੇ ਆ, ਉਹਨਾਂ ਦੇ ਉੱਤੇ ਇਹ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈਗਾ। ਕਹਿੰਦੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਵਾਲੇ ਐਕਸਪੈਕਟ ਨਹੀਂ ਕਰਦੇ ਸੀ ਵੀ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਈਰਾਨ ਵਾਲੇ ਇਹਨਾਂ ਬੇਸਿਸ ਦੇ ਉੱਤੇ ਕਰ ਸਕਦੇ ਹੈਗੇ ਆ। ਸੋ ਬਹੁਤ ਸਾਰੇ ਫੌਜੀਆਂ ਨੂੰ ਤਾਂ ਪਹਿਲਾਂ ਬੇਸਿਸ ਚੋਂ ਮੂਵ ਕਰ ਦਿੱਤਾ ਗਿਆ ਸੀ ਜਦੋਂ ਅਮਰੀਕਾ ਨੂੰ ਲੱਗਿਆ ਵੀ ਉਹ ਇੱਥੇ ਅਟੈਕ ਕਰਨਗੇ। ਬਹੁਤ ਸਾਰਿਆਂ ਨੂੰ ਅਪਾਰਟਮੈਂਟਾਂ ਦੇ ਵਿੱਚ ਉੱਥੇ ਰੱਖਿਆ ਗਿਆ ਹੈਗਾ ਆ। ਸੈਂਟਰ ਫਾਰ ਸਟ੍ਰੈਟੇਜਿਕ ਤੇ ਇੰਟਰਨੈਸ਼ਨਲ ਸਟੱਡੀਜ਼ ਜਿਹੜੀ ਮਿਲਟਰੀ ਨੇ ਕਹਿੰਦੇ ਯੂਜ਼ ਕੀਤਾ ਐਟਲੀਸਟ 190 ਥਾਰਡ ਇੰਟਰਸੈਪਟਰਸ ਅਮਰੀਕਾ ਦੀ ਮਿਲਟਰੀ ਨੇ ਯੂਜ਼ ਕੀਤੇ, 1060 ਪੈਟਰੀਅਟ ਇੰਟਰਸੈਪਟਰਸ ਫਰਵਰੀ 28 ਤੋਂ ਲੈ ਕੇ ਅਪ੍ਰੈਲ 8 ਤੱਕ,
ਤੇ 53% ਤੇ 43% ਜਿਹੜੇ ਪ੍ਰੀ ਵਾਰ ਇਨਵੈਂਟੋਰੀ ਸੀ ਉਹਦਾ ਜਿਹੜਾ ਆਪਾਂ ਕਹਿ ਸਕਦੇ ਆ ਇਹਨਾਂ ਨੇ ਯੂਜ਼ ਕੀਤਾ ਹੈਗਾ ਆ। ਸੋ ਅਮਰੀਕਾ ਨੇ ਵੀ ਬਹੁਤ ਜ਼ਿਆਦਾ ਜਿਹੜੇ ਹਥਿਆਰ ਯੂਜ਼ ਕੀਤੇ ਆ, ਪਰ ਈਰਾਨ ਨੇ ਵੀ ਜਿਹੜਾ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਬੇਸਿਸ ਦਾ ਕੀਤਾ ਹੈਗਾ ਆ। ਸੋ ਇਹ ਵਾਸ਼ਿੰਗਟਨ ਪੋਸਟ ਨੇ ਕਾਫੀ ਵੱਡੀ ਸਟੋਰੀ ਰਨ ਕੀਤੀ ਆ ਵਿਦ ਪਿਕਚਰਸ। ਸੋ ਜਿਹੜੇ ਸਰੋਤੇ ਆ ਉਹ ਅੱਜ ਦੀ ਵਾਸ਼ਿੰਗਟਨ ਪੋਸਟ ਦੇਖ ਸਕਦੇ ਜੀ। ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ, ਹੈਂਟਾ ਵਾਇਰਸ ਜੋ ਕਿ ਇੱਕ ਕਰੂਜ਼ ਸ਼ਿਪ ਦੇ ਵਿੱਚ ਫੈਲਿਆ ਹੋਇਆ ਆ, ਉਹਦਾ ਮਸਲਾ ਜਿਹੜਾ ਅਜੇ ਸੁਲਝਦਾ ਨਜ਼ਰ ਨਹੀਂ ਆ ਰਿਹਾ। 150 ਬੰਦਾ ਜਿਹੜਾ ਫਸਿਆ ਪਿਆ ਆ। ਕੇਪ ਵਰਡੇ ਵਾਲਿਆਂ ਨੇ ਆਪਣੀ ਜਿਹੜੀ ਇਹਨਾਂ ਦੀ ਕਰੂਜ਼ ਸ਼ਿਪ ਆ ਉਸ ਨੂੰ ਆਪਣੇ ਤੱਟ ਦੇ ਉੱਤੇ ਪੋਰਟ ਦੇ ਉੱਤੇ ਜਿਹੜਾ ਉਹ ਨਹੀਂ ਜਾਣ ਦਿੱਤਾ। ਤੇ ਹੁਣ ਕਹਿੰਦੇ ਵੀ ਸਿਚੁਏਸ਼ਨ ਇਹ ਬਣੀ ਆ ਵੀ ਡੌਕਿੰਗ ਤੋਂ ਜਦੋਂ ਇਹਨਾਂ ਨੂੰ ਮਨਾ ਮਿਲ ਗਈ ਆ ਤੇ ਹੁਣ ਸਪੇਨ ਦੇ ਜਿਹੜੇ ਕੈਨਰੀ ਆਈਲੈਂਡਸ ਹੈਗੇ ਆ ਉੱਥੇ ਇਹਨਾਂ ਲੋਕਾਂ ਨੂੰ ਘੱਲਿਆ ਜਾਊਗਾ, ਜਿੱਥੇ ਸਕਰੀਨ ਕੀਤੇ ਜਾਣਗੇ ਤੇ ਜੇ ਕੋਈ ਬਿਮਾਰ ਆ ਤੇ ਉਹਨਾਂ ਦੀ ਟ੍ਰੀਟਮੈਂਟ ਉਹਨਾਂ ਨੂੰ ਦਿੱਤੀ ਜਾਊਗੀ। ਘੱਟੋ ਘੱਟ 3 ਦਿਨ ਕਹਿੰਦੇ ਵੀ ਇਸ ਕਰੂਜ਼ ਸ਼ਿਪ ਹੌਂਡੀਅਸ ਜਿਸ ਦਾ ਨਾਂ ਆ ਅਟਲਾਂਟਿਕ ਓਸ਼ਨ ਦੇ ਵਿੱਚ ਸੀਗੇ ਜਦ ਹੈਂਟਾ ਵਾਇਰਸ ਦਾ ਆਊਟਬ੍ਰੇਕ ਇਹਨਾਂ ਦੇ ਉੱਥੇ ਹੋਇਆ, ਜਿਹਦਾ ਕੱਲ ਦੱਸ ਰਹੇ ਸੀ ਆਪਾਂ ਵੀ ਜਿਹੜੀਆਂ ਬਿੱਠਾਂ ਹੁੰਦੀਆਂ ਆ ਚੂਹਿਆਂ ਦੀਆਂ ਉਹਦੇ ਯੂਰਿਨ ਤੋਂ ਇਹ ਅਕਸਰ ਜਿਹੜਾ ਉਹ ਫੈਲ ਜਾਂਦਾ ਹੈ। ਹੁਣ ਖਤਰਾ ਇਹ ਬਣਿਆ ਵੀ ਹਿਊਮਨ ਟੂ ਹਿਊਮਨ ਕਿਤੇ ਅੱਗੇ ਜਿਹੜਾ ਉਹ ਨਾ ਫੈਲ ਜਾਵੇ। ਹੁਣ ਤੱਕ 3 ਮੌਤਾਂ ਜਿਹੜੀਆਂ ਇਸ ਦੇ ਵਿੱਚ ਹੋ ਚੁੱਕੀਆਂ, 8 ਕਨਫਰਮਡ ਜਾਂ ਸਸਪੈਕਟਡ ਕੇਸ ਜਿਹੜੇ ਉਹ ਸਾਹਮਣੇ ਆਏ ਆ ਜ਼ਿਊਰਿਕ ਸਵਿਟਜ਼ਰਲੈਂਡ ਦੇ ਵਿੱਚ। ਇਹ ਪਹਿਲੀ ਵਾਰੀ ਆਇਡੈਂਟੀਫਾਈ ਉੱਥੇ ਵਾਇਰਸ ਯੂਰਪ ਦੇ ਵਿੱਚ ਕੀਤਾ ਜਿਹੜਾ ਉਹ ਗਿਆ ਸੀਗਾ। ਹੈਲਥ ਅਥਾਰਟੀਜ਼ ਜਿਹੜੀਆਂ ਸਾਊਥ ਅਫਰੀਕਾ ਤੇ ਸਵਿਟਜ਼ਰਲੈਂਡ ਦੀਆਂ ਆ ਉਹਨਾਂ ਨੇ ਐਂਡਿਸ ਸਟ੍ਰੇਨ ਕੋਈ ਕਰਕੇ ਹੈਗਾ ਆ ਇਸ ਵਾਇਰਸ ਦਾ, ਹੈਂਟਾ ਵਾਇਰਸ ਦਾ, ਤੇ ਕਹਿੰਦੇ ਵੀ ਇਹ ਸਪੈਸੀਫਿਕ ਸਟ੍ਰੇਨ ਉਹਦਾ ਰੇਅਰ ਆ ਵੀ ਪਰਸਨ ਟੂ ਪਰਸਨ ਟ੍ਰਾਂਸਮਿਸ਼ਨ, ਬਟ ਕਹਿੰਦੇ ਵੀ ਰੋਡੈਂਟ ਡ੍ਰੌਪਿੰਗਸ ਦੇ ਨਾਲ ਜਿੱਦਾਂ ਦੱਸਿਆ ਵੀ ਇਹ ਜ਼ਿਆਦਾ ਫੈਲਦਾ ਹੁੰਦਾ ਆ। ਸੋ ਹੁਣ 149 ਲੋਕ 23 ਵੱਖ-ਵੱਖ ਮੁਲਕਾਂ ਦੇ ਇਸ ਹੌਂਡੀਅਸ ਸ਼ਿਪ ਤੇ ਕਰੂਜ਼ ਸ਼ਿਪ ਦੇ ਉੱਤੇ ਆ ਤੇ ਇਹ ਜਿਹੜੀ ਸਿਚੁਏਸ਼ਨ ਪੋਲੀਟੀਕਲ ਟੈਂਸ਼ਨ ਦੇ ਵਿੱਚ ਵੀ ਬਣ ਚੁੱਕੀ ਆ। ਸਪੇਨ ਦਾ ਜਿਹੜਾ ਹੈਗਾ ਆ ਜਿਹਨੇ ਅਮਰੀਕਾ ਵਾਲੇ ਜਹਾਜ਼ ਜਿਹੜੇ ਉਹ ਨਹੀਂ ਸੀ ਉਧਰ ਆਉਣ ਦਿੱਤੇ ਤੇ ਟਰੰਪ ਹੋਣਾ ਦੇ ਨਾਲ ਖਾਸਾ ਜਿਹੜਾ ਉਹਨਾਂ ਦੀ ਕਹਿ ਲਓ ਵੀ ਇੱਟ ਖੜੱਕਾ ਕਹਿ ਲਓ ਵੀ ਹੋਇਆ ਸੀ। ਜਿਹੜਾ ਕੈਨਰੀ ਆਈਲੈਂਡ ਦਾ ਪ੍ਰੈਜ਼ੀਡੈਂਟ ਆ ਉਹਨਾਂ ਨੇ ਆਲੋਚਨਾ ਕੀਤੀ ਹੈ ਸਪੇਨ ਦੇ ਸਰਕਾਰ ਦੀ, ਕਹਿੰਦੇ ਵੀ ਤੁਸੀਂ ਸਾਡੇ ਇੱਥੇ ਕਾਹਤੋਂ ਸ਼ਿਪ ਨੂੰ ਜਿਹੜਾ ਡੌਕ ਕਰਵਾ ਰਹੇ ਆ, ਸਾਡੀ ਜਿਹੜੀ ਲੋਕਲ ਪਾਪੂਲੇਸ਼ਨ ਆ ਉਹਨਾਂ ਨੂੰ ਜਿਹੜਾ ਉਹ ਖਤਰਾ ਜਿਹੜਾ ਉਹ ਹੋਊਗਾ। ਸੋ ਕਹਿੰਦੇ ਵੀ ਹੈਂਟਾ ਵਾਇਰਸ ਆ ਹੁਣ ਕੈਨਰੀ ਆਈਲੈਂਡ ਦੇ ਵਿੱਚ ਜਾਊਗਾ ਤੇ ਸਵਿਟਜ਼ਰਲੈਂਡ ਨੇ ਇੱਕ ਨਵਾਂ ਕੇਸ ਜਿਹੜਾ ਉਹ ਕਨਫਰਮ ਇਸ ਦਰਮਿਆਨ ਕਰ ਦਿੱਤਾ ਤੇ 3 ਦਿਨਾਂ ਬਾਅਦ ਇਹ ਪਹੁੰਚਣਗੇ। ਇਹਨਾਂ ਨੂੰ ਕੁਆਰੰਟੀਨ 'ਚ ਰੱਖਿਆ ਜਾਊਗਾ, ਇਹਨਾਂ ਨੂੰ ਚੈੱਕ ਕੀਤਾ ਜਾਊਗਾ, ਸਕਰੀਨਿੰਗ ਜਿਹੜੀ ਉਹ ਕੀਤੀ ਜਾਊਗੀ ਤੇ ਫਿਰ ਜਿਹੜੇ ਉਹ ਦੇਖਦੇ ਆ ਵੀ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। WHO ਕਹਿੰਦੇ ਵੀ ਇਨਵੈਸਟੀਗੇਟ ਕਰ ਰਿਹਾ ਵੀ ਜਿਹੜੇ ਕੁਝ ਪੇਸ਼ੈਂਟਸ ਆ ਜਿਨ੍ਹਾਂ ਨੂੰ ਇਹ ਇਨਫੈਕਸ਼ਨ ਹੋਈ ਹੋਊਗੀ ਬੋਰਡਿੰਗ ਕਰਨ ਤੋਂ ਪਹਿਲਾਂ ਹੀ ਸ਼ਾਇਦ ਅਰਜਨਟੀਨਾ ਦੇ ਵੱਲ ਨੂੰ ਜਿਹੜਾ ਇਸ਼ਾਰਾ ਇਸ ਦੇ ਵਿੱਚ ਕੀਤਾ ਜਾ ਰਿਹਾ ਆ। ਕਹਿੰਦੇ ਵੀ ਇੱਥੇ ਰਿਮੋਟ ਆਈਲੈਂਡਸ ਸਾਊਥ ਜਾਰਜ ਤੇ ਸੇਂਟ ਹਲੀਨਾ ਜਿਹੜੇ ਆਈਲੈਂਡਸ ਆ ਟਾਪੂ ਆ ਉਹਨਾਂ ਦੇ ਉੱਤੇ ਜਿਹੜੇ ਹੋ ਗਏ ਸੀਗੇ, ਜਿੱਥੇ ਪੈਸੰਜਰਸ ਆਬਵੀਅਸਲੀ ਉੱਥੇ ਵਾਈਲਡ ਲਾਈਫ ਦੇ ਵਿੱਚ ਗਏ, ਬਾਹਰ ਜੰਗਲ ਜੁੰਗਲ 'ਚ ਘੁੰਮੇ ਫਿਰੇ ਤੇ ਕਹਿੰਦੇ ਬਰਡ ਵਾਚਿੰਗ ਜਿਹੜੀ ਉਹ ਕਰ ਰਹੇ ਸੀਗੇ। ਸੋ ਉੱਥੋਂ ਆਊਟਬ੍ਰੇਕ ਦਾ ਓਰੀਜਨ ਮੰਨਿਆ ਜਿਹੜਾ ਉਹ ਜਾ ਰਿਹਾ ਆ। ਪਰ ਹਾਲ ਦੀ ਘੜੀ ਸਿਚੁਏਸ਼ਨ ਇਹਨਾਂ 149 ਲੋਕਾਂ ਦੇ ਲਈ ਅਜੇ ਵੀ ਵਿਚਾਲੇ ਹੀ ਲਟਕਣ ਵਾਲੀ ਜਿਹੜੀ ਉਹ ਬਣੀ ਪਈ ਆ। ਹੁਣ 3 ਦਿਨ ਲਾ ਕੇ ਦੂਜੇ ਇੱਕ ਥਾਂ ਦੇ ਉੱਤੇ ਜਾਣਗੇ ਤੇ 3 ਦਿਨਾਂ 'ਚ ਪਤਾ ਨਹੀਂ ਉੱਥੇ ਹੋਰ ਰੌਲਾ ਨਾ ਪੈ ਜਾਵੇ ਵੀ ਅਸੀਂ ਨਹੀਂ ਤੁਹਾਨੂੰ ਉਤਰਨ ਦੇਣਾ, ਵੀ ਇਹਨਾਂ ਦਾ ਫਿਰ ਹੁਣ ਅੱਗੇ ਬਣਨਾ ਕੀ ਆ। ਵਿਚਾਰਿਆਂ ਦੀ ਜਿਹੜੀ ਕਰੂਜ਼ ਸ਼ਿਪ ਆ ਉਹ ਤਾਂ ਕੰਮ ਪੁੱਠਾ ਹੀ ਜਿਹੜਾ ਉਹਨਾਂ ਦੇ ਲਈ ਪੈ ਗਿਆ। ਹੁਣ ਤਾਂ ਬੰਦਾ ਜਾਂਦਾ ਹੈ ਕਰੂਜ਼ ਸ਼ਿਪ ਦੇ ਉੱਤੇ ਸਟ੍ਰੈਸ ਫਰੀ ਹੋਣ, ਪਰ ਇਹ ਨਵੀਂ ਬਿਮਾਰੀ ਤੇ ਨਵੇਂ ਜਿਹੜੇ ਆ ਸਟ੍ਰੈਸ ਲੈ ਕੇ ਵਿਚਾਰੇ ਇਸ ਟਾਈਮ ਫਸੇ ਉੱਥੇ ਪਏ ਨੇ। ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਡੈਮੋਕ੍ਰੇਟਸ ਨੇ ਕਾਫੀ ਜਗ੍ਹਾ ਇਲੈਕਸ਼ਨ ਦੇ ਉੱਤੇ ਆਪਣੀ ਜਿੱਤ ਪ੍ਰਾਪਤ ਕੀਤੀ ਹੈ, ਪਰ ਟਰੰਪ ਹੋਣਾ ਨੇ ਆਪਣੀ ਪਾਰਟੀ ਦੇ ਉੱਤੇ ਪੂਰਾ ਹੋਲਡ ਰੱਖਿਆ। ਚਾਈਨਾ ਦੇ ਵਿੱਚ ਜਿਹੜੇ ਟਰੱਕਰਸ ਆ ਉਹ ਹੁਣ ਇਲੈਕਟ੍ਰਿਕ ਟਰੱਕਾਂ ਵੱਲ ਜਾ ਰਹੇ ਆ ਤੇ ADP ਦੀ ਰਿਪੋਰਟ ਦੇ ਮੁਤਾਬਕ 1,09,000 ਨਵੀਆਂ ਜੌਬਸ ਕ੍ਰੀਏਟ ਹੋਈਆਂ। ਤੇ ਆਪਾਂ ਫ੍ਰਿਜ਼ਨੋ ਦੇ ਵਿੱਚ ਸਿਟੀ ਕੌਂਸਲ ਦੀ ਇਲੈਕਸ਼ਨ ਨੂੰ ਲੈ ਕੇ ਥੋੜਾ ਜਿਹਾ ਡਿਸਕਸ ਕਰਾਂਗੇ।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿस्तान, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਜਾਈਏ। ਕੱਲ ਇਲੈਕਸ਼ਨਸ ਹੋਈਆਂ ਇੰਡੀਆਨਾ ਸਟੇਟ ਦੇ ਵਿੱਚ, ਮਿਸ਼ੀਗਨ 'ਚ, ਕੁਝ ਹੋਰ ਏਰੀਏ 'ਚ ਮਿਡ ਟਰਮ ਇਲੈਕਸ਼ਨ ਆ। ਸਾਡੇ ਕੈਲੀਫੋਰਨੀਆ 'ਚ ਜੂਨ 'ਚ ਹੋਣੀਆਂ, ਫਿਰ ਨਵੰਬਰ 'ਚ ਹੋਣੀਆਂ। ਸੋ ਕਹਿੰਦੇ ਵੀ ਡੈਮੋਕ੍ਰੇਟਸ ਕਾਫੀ ਜ਼ਿਆਦਾ ਜਿੱਤੇ ਹੈਗੇ ਆ US ਦੇ ਵਿੱਚ ਜਿਹੜੀਆਂ ਸਪੈਸ਼ਲ ਇਲੈਕਸ਼ਨਸ ਹੋਈਆਂ। ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਆਪਣਾ ਜਿਹੜਾ ਹੋਲਡ ਆ ਉਹ GOP ਦੇ ਉੱਤੇ ਰੱਖਿਆ ਹੈਗਾ। ਇੰਡੀਆਨਾ, ਓਹਾਇਓ, ਮਿਸ਼ੀਗਨ, ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਟ੍ਰੈਂਡ ਇਹ ਸ਼ੋ ਕਰ ਰਹੇ ਆ ਵੀ ਡੈਮੋਕ੍ਰੇਟਸ ਜਿਹੜੇ ਆ ਉਹ ਮੋਮੈਂਟਮ ਆਪਣਾ ਗੇਨ ਕਰ ਰਹੇ ਹੈਗੇ ਆ। ਨਵੰਬਰ ਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਆ ਉਹਦੇ ਵਿੱਚ ਉਹਨਾਂ ਨੂੰ ਕਾਫੀ ਤਕੜਾ ਜਿਹੜਾ ਰਿਸਪੌਂਸ ਮਿਲ ਸਕਦਾ ਆ। ਪਰ ਪ੍ਰੈਜ਼ੀਡੈਂਟ ਟਰੰਪ ਉਹਨੇ ਵੀ ਪੂਰਾ ਹੋਲਡ ਜਿਹੜਾ ਆ ਆਪਣਾ ਰੱਖਿਆ ਆ, ਖਾਸ ਕਰਕੇ ਇੰਡੀਆਨਾ ਦੇ ਵਿੱਚ। ਉੱਥੇ 7 ਸੈਨੇਟਰਸ ਦੀਆਂ ਇਲੈਕਸ਼ਨ ਸੀਗੀਆਂ ਤੇ ਕਿਉਂਕਿ ਉਹਨਾਂ ਨੇ ਰੀਡਿਸਟ੍ਰਿਕਟਿੰਗ ਜਿਹੜੀ ਹੋਣੀ ਆ ਉਹਦੇ ਅਗੇਂਸਟ ਜਿਹੜੇ ਰਿਪਬਲਿਕਨ ਸੀਗੇ ਉਹਨੇ ਵੋਟ ਪਾਈ ਸੀ ਤੇ ਉਹਦੇ ਅਗੇਂਸਟ ਟਰੰਪ ਉਹਨਾਂ ਨੇ ਜਿਹੜੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ ਰਿਪਬਲਿਕਨਸ ਦੇ ਅਗੇਂਸਟ। ਸੋ ਟਰੰਪ ਉਹਨਾਂ ਦੇ 7 ਵਿੱਚੋਂ 5 ਜਾਣੇ ਜਿਹੜੇ ਆ ਉਹ ਜਿੱਤ ਗਏ ਹੈਗੇ ਆ। ਸੋ ਇਨਕੰਬੈਂਟ ਜਿਹੜੇ ਉੱਥੇ ਹਾਰ ਗਏ ਆ। ਸੋ ਇਹ ਬਿਗੇਸਟ ਜਿਹੜਾ ਟਰੰਪ ਉਹਨਾਂ ਦੀ ਜਿਹੜੀ ਪਾਵਰ ਦੀ ਜਿੱਤ ਆਪਾਂ ਕਹਿ ਸਕਦੇ ਇੰਡੀਆਨਾ ਦੇ ਵਿੱਚ ਦੇਖੀ ਜਾ ਸਕਦੀ ਹੈਗੀ ਆ। ਮਿਸ਼ੀਗਨ ਦੇ ਵਿੱਚ ਇੱਕ ਡੈਮੋਕ੍ਰੇਟ ਬੜੀ ਈਜ਼ਲੀ ਜਿਹੜਾ ਸੈਨੇਟ ਦੀ ਰੇਸ ਜਿਹੜਾ ਜਿੱਤ ਗਿਆ, ਜਿੱਥੇ ਕਿ ਪਹਿਲਾਂ ਟਰੰਪ ਹੁਣੀ ਪਿਛਲੀ ਵਾਰੀ ਇਲੈਕਸ਼ਨ 'ਚ ਜਿੱਤੇ ਸੀ। ਤੇ ਰਿਪਬਲਿਕਨ ਪਾਰਟੀ ਦੇ ਵਿੱਚ ਜੇ ਦੇਖਿਆ ਜਾਵੇ ਟਰੰਪ ਉਹਨਾਂ ਦਾ ਇਸ ਵੇਲੇ ਪੂਰਾ ਸਟਰੋਂਗ ਹੋਲਡ ਆ। ਜੋ ਰੀਸੈਂਟਲੀ ਇੰਡੀਆਨਾ ਦੇ ਵਿੱਚ ਇਲੈਕਸ਼ਨ ਹੋਈਆਂ ਜੇ ਉਹਦੇ ਵੱਲ ਆਪਾਂ ਦੇਖੀਏ ਤੇ ਇਸੇ ਤਰ੍ਹਾਂ ਓਹਾਇਓ ਦੇ ਵਿੱਚ ਵੀ ਜਿਹੜਾ ਰਾਮਾਸਵਾਮੀ ਆ ਉਹ ਜਿੱਤ ਗਿਆ, ਹਾਲਾਂਕਿ ਜਿਹੜਾ ਉਹਦਾ ਓਪੋਨੈਂਟ ਆ ਡੈਮੋਕ੍ਰੇਟ ਉਹ ਵੀ ਕਾਫੀ ਸਟਰੋਂਗ ਆ। ਸੋ ਉਹ ਦੇਖਦੇ ਆ ਹੁਣ ਨਵੰਬਰ ਦੇ ਵਿੱਚ ਇਲੈਕਸ਼ਨ 'ਚ ਕੀ ਹੁੰਦਾ ਹੈਗਾ। ਸੋ ਇਹੀ ਜਿਹੜਾ ਰਿਜ਼ਲਟ ਕੱਢਿਆ ਬਹੁਤੇ ਨਿਊਜ਼ਪੇਪਰਸ ਨੇ ਤੇ ਰਿਪਬਲਿਕਨ ਪਾਰਟੀ 'ਚ ਟਰੰਪ ਉਹਨਾਂ ਦਾ ਪੂਰਾ ਹੋਲਡ ਆ, ਪਰ ਡੈਮੋਕ੍ਰੇਟਸ ਜਿਹੜੇ ਆ ਉਹ ਅੱਗੇ ਨੂੰ ਕਾਫੀ ਵੱਧ ਰਹੇ। ਕਈ ਸਪੈਸ਼ਲ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਜਿੱਤ ਹੋਈ ਆ। ਸੋ ਪ੍ਰਾਇਮਰੀ ਕਰਾਤੇ ਜਿਹੜੇ ਇਨਕੰਬੈਂਟ ਆ ਟਰੰਪ ਹੋਣਾ ਨੇ, ਜਿਹੜੇ ਉਹਨਾਂ ਦੇ ਉਲਟ ਸੀਗੇ, ਜਿਨ੍ਹਾਂ ਨੇ ਮੁੜ ਹਲਕਾਬੰਦੀ ਦੇ ਉਲਟ ਵੋਟ ਪਾਈ ਸੀ GOP ਵਾਲਿਆਂ ਨੇ, ਰਿਪਬਲਿਕਨਸ ਨੇ, ਉਹਨਾਂ ਦੇ ਉਲਟ ਜਿਹੜੇ ਬੰਦੇ ਖੜੇ ਸੀਗੇ ਉਹਨਾਂ ਨੂੰ ਅੰਡੋਰਸ ਕਰਤਾ ਤੇ 7 ਚੋਂ 5 ਜਿਹੜੇ ਉਹ ਜਿੱਤ ਗਏ ਆ। ਤੇ ਕਹਿੰਦੇ ਵੀ ਕੈਸ਼ ਵੀ ਕਾਫੀ ਉਹਨਾਂ ਨੂੰ ਜਿਹੜਾ ਮਿਲਿਆ ਸੀਗਾ। ਸੋ ਸਪੋਰਟ ਵੀ ਲੋਕਾਂ ਨੇ, ਇਹਨਾਂ ਦੇ ਡੋਨਰਸ ਨੇ ਉਹਦੇ ਆਪੋਜੀਸ਼ਨਸ ਵਾਲਿਆਂ ਨੂੰ ਜਿਹੜੀ ਉਹ ਕੀਤੀ ਜਿਹੜੀ ਉਹ ਹੈਗੀ ਆ। ਸੋ ਟਰੰਪ ਉਹਨਾਂ ਦਾ ਇਨਫਲੂਐਂਸ ਰਿਪਬਲਿਕਨ ਪਾਰਟੀ ਦੇ ਉੱਤੇ ਪੂਰੀ ਤਰ੍ਹਾਂ ਸਟਰੋਂਗ
ਜਿਹੜਾ ਉਹ ਹੋ ਚੁੱਕਾ ਤੇ ਪਕੜ ਲਗਾਤਾਰ ਜਿਹੜੀ ਉਹ ਮਜ਼ਬੂਤ ਹੁੰਦੀ ਜਿਹੜੀ ਉਹ ਜਾ ਰਹੀ ਆ। $8.3 ਮਿਲੀਅਨ ਕਹਿੰਦੇ ਵੀ ਜਿਹੜੇ ਗਰੁੱਪਸ ਜਿਹੜੇ ਕਰਦੇ ਸੀਗੇ ਨਾਲ ਸੀਗੇ ਟਰੰਪ ਹੁਣਾਂ ਦੇ, ਉਤੋਂ $8.3 ਮਿਲੀਅਨ ਤੋਂ ਵੱਧ ਡਾਲਰ ਜਿਹੜੇ ਉਹਨਾਂ ਨੇ ਖਰਚੇ ਐਡਵਰਟਾਈਜ਼ਿੰਗ ਤੇ ਮਨੀ ਦੇ ਉੱਤੇ, ਜਿਹੜੀ ਰੇਸਿਸ ਦੇ ਉੱਤੇ। ਤੇ ਜਿੱਦਾਂ ਤੁਹਾਨੂੰ ਦੱਸਿਆ ਵੀ 7 ਚੋਂ 5 ਜਿਹੜੇ ਉਸ ਦੇ ਵਿੱਚ ਜਿੱਤ ਚੁੱਕੇ ਹੈਗੇ ਆ। ਸੋ ਓਹਾਇਓ ਦੀਆਂ ਜਿਹੜੀਆਂ ਰੇਸਿਸ ਆ ਉਹਦੇ ਵਿੱਚ ਕਹਿੰਦੇ ਵੀ ਬਿਗ ਸ਼ੋਅ ਜਿਹੜਾ ਇੱਕ ਹਿਸਾਬ ਦੇ ਨਾਲ ਵੱਡਾ ਸ਼ੋਅ ਹੀ ਜਿਹੜਾ ਹੋ ਰਿਹਾ। ਤੇ ਕਹਿੰਦੇ ਵੀ ਓਹਾਇਓ ਉੱਦਾਂ ਜੇ ਦੇਖਿਆ ਜਾਵੇ ਤਾਂ ਹੁਣ ਲਾਰਜਲੀ ਕੰਜ਼ਰਵੇਟਿਵ ਜਿਹੜਾ ਉਹ ਬਣਦਾ ਜਾ ਰਿਹਾ ਆ। ਡੈਮੋਕ੍ਰੇਟਸ ਇਹ ਆਸ ਉਮੀਦ ਲਾਈ ਬੈਠੇ ਆ ਵੀ ਸ਼ਾਇਦ ਅਸੀਂ ਉੱਥੇ ਕੋਈ ਨਾ ਕੋਈ ਸੀਟ ਜਿਹੜੀ ਉਹ ਜਿੱਤ ਸਕਦੇ ਆ। US ਦੀ ਜਿਹੜੀ ਸੈਨੇਟ ਮੈਜੋਰਿਟੀ ਕਹਿੰਦੇ ਵੀ ਓਹਾਇਓ ਦੇ ਥਰੂ ਲੰਘ ਕੇ ਜਿਹੜੀ ਉਹ ਜਾਂਦੀ ਜਿਹੜੀ ਉਹ ਹੈਗੀ ਆ। ਸੋ ਵੈਂਸ ਹੁਣਾਂ ਦੀ ਟਰਮ ਨੂੰ ਫਿਲ ਕਰਨ ਦੇ ਲਈ ਜਿਹੜੀ ਇਹ ਰੇਸ ਆ ਉਹ ਸਪੈਸ਼ਲ ਇਲੈਕਸ਼ਨ ਜਿਹੜੀ ਉਹ ਸੀਗੀ। ਸੋ ਉਹਦੇ ਵਿੱਚ ਆਪਾਂ ਜਿਹੜਾ ਉਹ ਦੇਖਿਆ ਆ। ਸੋ ਕਮਲਾ ਹੈਰਿਸ ਇੱਥੇ ਟਰੰਪ ਹੁਣਾਂ ਤੋਂ 11 ਪੁਆਇੰਟਾਂ ਦੇ ਨਾਲ ਹਾਰੀ ਸੀਗੀ ਤੇ ਬਰਾਊਨ ਜਿਹੜਾ ਆ ਉਹ 4 ਪੁਆਇੰਟ ਤੋਂ ਘੱਟ ਦੇ ਫਰਕ ਦੇ ਨਾਲ ਇੱਥੇ ਜਿਹੜਾ ਉਹ ਹਾਰਿਆ ਆ। ਸੋ ਜ਼ੋਰ ਜਿਹੜਾ ਇਹਨਾਂ ਨੂੰ ਵੀ ਲਾਉਣਾ ਪਿਆ ਆ। ਰਾਮਾਸਵਾਮੀ ਜਿਹੜੇ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਨੈਸ਼ਨਲ ਨੇਮ ਬਣ ਗਿਆ ਸੀ, ਉਸਨੇ ਆਸਾਨੀ ਦੇ ਨਾਲ GOP ਦੀ ਜਿਹੜੀ ਪ੍ਰਾਇਮਰੀ ਆ ਉਹ ਜਿੱਤ ਲਈ ਹੈਗੀ ਆ। ਤੇ ਇੱਕ ਜਿਹੜੀ ਸਪੈਸ਼ਲ ਇਲੈਕਸ਼ਨ ਦੇਖੀ ਗਈ ਸੀ, ਚੈਡਰਿਕ ਗ੍ਰੀਨ ਉਹਨਾਂ ਨੇ ਇੱਕ ਸਟੇਟ ਦੀ ਸੈਨੇਟ ਦੀ ਸੀਟ ਆ ਉਸ ਨੂੰ ਜਿੱਤਿਆ ਹੈਗਾ ਆ। ਤੇ ਉੱਥੇ ਟਰੰਪ ਹੁਣੀ 1 ਪੁਆਇੰਟ ਤੋਂ ਜਿਹੜੇ ਉਹ ਰਹਿ ਗਏ ਸੀਗੇ ਉੱਥੇ, ਤੇ ਹੁਣ ਹੌਲੀ ਹੌਲੀ ਉਹ ਡੈਮੋਕ੍ਰੇਟ ਵਾਲੇ ਪਾਸੇ ਨੂੰ ਜ਼ਿਆਦਾ ਲੀਨ ਜਿਹੜੀ ਉਹ ਕਰ ਰਹੀ ਆ। ਸਪੈਸ਼ਲ ਇਲੈਕਸ਼ਨ ਜਿਹੜੀਆਂ ਮਿਡ ਟਰਮ ਤੋਂ ਪਹਿਲਾਂ ਜਿਹੜੀਆਂ ਆਈਆਂ ਆ ਉਹਦੇ ਵਿੱਚ ਆਪਾਂ ਦੇਖ ਰਹੇ ਆ ਵੀ ਡੈਮੋਕ੍ਰੇਟਸ ਨੇ ਕਈ ਥਾਵਾਂ ਦੇ ਉੱਤੇ ਜਿਹੜਾ ਉਲਟ ਫੇਰ ਕੀਤਾ ਆ, ਖਾਸ ਕਰਕੇ ਜਿਹੜੀ ਬੈਟਲ ਗਰਾਊਂਡ ਸਟੇਟਸ ਆ ਉਹਨਾਂ ਦੇ ਵਿੱਚ। ਸੋ ਇਹ ਕਹਿ ਸਕਦੇ ਵੀ ਇੱਕ ਖਤਰੇ ਦੀ ਘੁੱਗੂ ਹੈਗਾ ਆ GOP ਦੇ ਲਈ, ਕੰਜ਼ਰਵੇਟਿਵ ਦੇ ਲਈ। ਔਰ ਆਪਾਂ ਸੀਗਾ ਵੀ ਜਿਹੜੀ ਵੀ ਪਾਰਟੀ ਦਾ ਪ੍ਰੈਜ਼ੀਡੈਂਟ ਬਣਦਾ ਹੈ ਉਹ ਅਕਸਰ ਮਿਡ ਟਰਮ ਦੇ ਵਿੱਚ ਉਹ ਪਾਰਟੀ ਕਾਫੀ ਜ਼ਿਆਦੀਆਂ ਸੀਟਾਂ ਲੂਜ਼ ਕਰ ਜਾਂਦੀ ਆ। ਅਮਰੀਕਨ ਲੋਕ ਕਿਤੇ ਨਾ ਕਿਤੇ ਚੈੱਕ ਐਂਡ ਬੈਲੈਂਸ ਬਣਾ ਕੇ ਜਿਹੜਾ ਉਹ ਰੱਖਦੇ ਆ ਹਾਊਸ ਦੇ ਜ਼ਰੀਏ ਜਾਂ ਸੈਨੇਟ ਦੇ ਜ਼ਰੀਏ ਵੀ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਇੱਕ ਪਾਰਟੀ ਦੇ ਕੋਲ ਨਾ ਹੋਵੇ ਤੇ ਬੈਲੈਂਸ ਜਿਹੜਾ ਉਹ ਬਣਿਆ ਰਵੇ। ਪਰ ਇਸ ਵਾਰ ਜਿਹੜੀ ਮੁੜ ਹਲਕਾਬੰਦੀ ਦੇ ਦੌਰ ਨੇ ਇਹ ਚੀਜ਼ ਨੂੰ ਹੋਰ ਜ਼ਿਆਦਾ ਕੰਪਲੀਕੇਟਡ ਜਿਹੜਾ ਉਹ ਕਰ ਦਿੱਤਾ ਆ। ਅਸਲ 'ਚ ਕੌਣ ਜਿੱਤ ਸਕੂਗਾ, ਕੌਣ ਰਹਿ ਜਾਊਗਾ, ਇਹ ਆਉਣ ਵਾਲਾ ਸਮਾਂ ਹੀ ਜਿਹੜਾ ਦੱਸ ਸਕੇਗਾ। ਪਰ ਪੋਲੀਟੀਕਲ ਹਵਾ ਜਿਹੜੀ ਆ ਉਹ ਥੋੜੀ ਜੀ ਉਲਟ ਮੌਜੂਦਾ ਪ੍ਰਸ਼ਾਸਨ ਦੇ ਜ਼ਰੂਰ ਚੱਲ ਰਹੀ ਹੈਗੀ ਜੀ। ਅਗਲੀ ਖਬਰ ਜਿਹੜੀ ਹੈ ਇਕਨੋਮੀ ਨਾਲ ਸੰਬੰਧਿਤ ਆ। ਪ੍ਰਾਈਵੇਟ ਸੈਕਟਰ ਦੇ ਵਿੱਚ 1,09,000 ਜੌਬਸ ਅਪ੍ਰੈਲ ਮਹੀਨੇ ਦੇ ਵਿੱਚ ਕ੍ਰੀਏਟ ਹੋਈਆਂ। ਇਹ ADP ਦਾ ਜੋ ਡਾਟਾ ਆ ਉਹ ਆਇਆ ਹੈਗਾ ਆ। ਕਹਿੰਦੇ ਵੀ 99,000 ਜੌਬਸ ਗੇਨ ਹੋਈਆਂ। ਪ੍ਰਾਇਰ ਮੰਥ ਦੇ ਵਿੱਚ 62,000 ਦੱਸਿਆ ਸੀ, ਉਹਨੂੰ ਕਰੈਕਟ ਕੀਤਾ ਗਿਆ 61,000 ਤੱਕ ਦੱਸਿਆ ਗਿਆ ਆ। ਸੋ ਨੈਗੇਟਿਵ ਸਾਈਡ ਕਹਿੰਦੇ ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸ ਨੇ 8,000 ਜੌਬਸ ਲੂਜ਼ ਕੀਤੀਆਂ ਤੇ 1,000 ਹੀ ਕ੍ਰੀਏਟ ਕੀਤੀਆਂ। ਜਿਹੜੇ ਵੱਡੇ ਬਿਜ਼ਨਸਿਸ ਆ, ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਕੋਲ 500 ਤੋਂ ਵੱਧ EMPLOYE ਆ, ਉੱਥੇ 42,000 ਜੌਬਾਂ ਗੇਨ ਹੋਈਆਂ ਹੈਗੀਆਂ ਅਪ੍ਰੈਲ ਮਹੀਨੇ 'ਚ। ਤੇ ਜਿਹੜੇ 50 ਤੋਂ ਲੈ ਕੇ 499 EMPLOYES ਤੱਕ ਦੇ ਬਿਜ਼ਨਸ ਆ ਉੱਥੇ 2,000 ਜੌਬਸ ਕ੍ਰੀਏਟ ਹੋਈਆਂ। ਤੇ ਜਿਨ੍ਹਾਂ ਦੇ 50 ਤੋਂ ਘੱਟ EMPLOYES ਆ ਉੱਥੇ 65,000 ਜੌਬਸ ਕ੍ਰੀਏਟ ਹੋਈਆਂ। ਸੋ ਜਿੱਦਾਂ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਜਿਹੜਾ ਅਮਰੀਕਾ ਦੇ ਵਿੱਚ ਜਿਹੜੇ ਸਮਾਲ ਬਿਜ਼ਨਸਿਸ ਆ ਉਹ ਵਨ ਆਫ ਦਾ ਬਿਗੇਸਟ EMPLOYER ਹੈਗੇ ਆ। ਸੋ ਇਹ ਜਿਹੜਾ ਡਾਟਾ ਸ਼ੋ ਕਰ ਰਿਹਾ ਥੋੜਾ ਜਿਹਾ ਆਪਾਂ ਗੁੱਡ ਡਾਇਰੈਕਸ਼ਨ ਵੱਲ ਜਾ ਰਹੇ ਹਾਂ ਜੀ। ਅਗਲੀ ਖਬਰ ਹਰਜੋਤ ਸਿੰਘ ਜੀ ਚਾਈਨਾ ਤੋਂ ਆ ਰਹੀ ਹੈ। ਚਾਈਨਾ ਦੀ ਇੱਕ ਫਾਇਰ ਵਰਕ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਬਹੁਤ ਵੱਡਾ ਧਮਾਕਾ ਜਿਹੜਾ ਉਹ ਹੋਇਆ, ਜਿਸ ਦੇ ਕਰਕੇ ਘੱਟੋ ਘੱਟ 26 ਜਾਣਿਆਂ ਦੀ ਮੌਤ ਹੋ ਚੁੱਕੀ ਆ। ਉੱਥੋਂ ਦੇ ਪ੍ਰੈਜ਼ੀਡੈਂਟ ਜਿਹੜੇ ਸ਼ੀ ਜਿਨਪਿੰਗ ਆ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਵਿਕਟਮ ਆ ਉਹਨਾਂ ਨੂੰ ਬਚਾਉਣ ਦੇ ਲਈ ਹਰ ਹੀਲਾ ਜਿਹੜਾ ਉਹ ਵਰਤਿਆ ਜਾਊਗਾ। ਤੇ ਕੀ ਕਾਰਨ ਹੋਏ ਆ ਇਹ ਬਲਾਸਟ ਦੇ ਲਈ, ਧਮਾਕੇ ਦੇ ਲਈ, ਉਸ ਦੀ ਜਿਹੜੀ ਆ ਉਹ ਡੂੰਘੀ ਜਾਂਚ ਦੇ ਆਦੇਸ਼ ਆਲਰੇਡੀ ਦੇ ਦਿੱਤੇ ਗਏ ਹੈਗੇ ਆ। ਇਸ ਤੋਂ ਇਲਾਵਾ 26 ਜਾਣਿਆਂ ਦੇ ਮਰਨ ਤੋਂ ਇਲਾਵਾ ਹਰਜੋਤ ਸਿੰਘ ਜੀ 61 ਜਾਣੇ ਹੋਰ ਜ਼ਖਮੀ ਹੋਏ ਆ, ਜਿਹੜੇ ਚਾਈਨਾ ਦਾ ਸਟੇਟ ਮੀਡੀਆ ਆ ਉਹ ਇਸ ਦੇ ਵਿੱਚ ਦੱਸ ਰਿਹਾ ਆ। ਲਿਊ ਯੈਂਗ ਕਰਕੇ ਇਹ ਸ਼ਹਿਰ ਆ ਚੈਂਗਸਾ ਹੁਨਾਨ ਪ੍ਰੋਵਿੰਸ ਦੇ ਵਿੱਚ, ਜਿੱਥੇ ਇਹ ਫਾਇਰ ਵਰਕ ਦਾ ਪਲਾਂਟ ਸੀਗਾ, ਜਿੱਥੇ ਇਹ ਧਮਾਕਾ ਕੱਲ
ਵਾਪਰਿਆ ਆ। ਇੱਕ ਵੀਡੀਓ ਉਦੋਂ ਦੀ ਚੱਲ ਰਹੀ ਆ ਇਸ ਦੇ ਬਾਬਤ, ਬਹੁਤ ਵੱਡਾ ਜਿਹੜਾ ਧੂਏ ਦਾ ਜਿਹੜਾ ਬੱਦਲ ਆ, ਕਲਾਊਡ ਆ, ਉਹ ਉਸ ਧਮਾਕੇ ਤੋਂ ਬਾਅਦ 'ਚ ਉੱਠਦਾ ਉੱਥੋਂ ਨਜ਼ਰ ਆ ਰਿਹਾ ਆ। ਅੱਗ ਲੱਗੀ ਜਿਹੜੀ ਡੈਬਰੀ ਆ, ਮਲਬੇ ਆ, ਉਸ ਦੇ ਉੱਤੇ ਹੋਜ਼ਸ ਦੇ ਨਾਲ, ਪਾਣੀ ਦੇ ਨਾਲ ਉੱਥੋਂ ਦੇ ਫਾਇਰ ਫਾਈਟਰ ਆ ਅੱਗ ਬੁਝਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਸੀਗੇ। ਲਿਊਯਾਂਗ ਹੁਆਸ਼ੈਂਗ ਫਾਇਰਵਰਕ ਮੈਨੂਫੈਕਚਰਿੰਗ ਐਂਡ ਡਿਸਪਲੇ ਕਾਰਪੋਰੇਸ਼ਨ ਦੇ ਅਧੀਨ ਇਹ ਜਿਹੜਾ ਫੈਕਟਰੀ ਆ ਉਹ ਚੱਲ ਰਹੀ ਸੀਗੀ। ਸੋ ਧਮਾਕਾ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਭਿਆਨਕ ਸੀਗਾ। ਇੱਕ ਦੂਜੇ ਤੋਂ ਜਿਹੜੀਆਂ ਬਿਲਡਿੰਗਾਂ ਕਈ ਫੁੱਟ ਦੂਰ ਹੋਣ ਦੇ ਬਾਵਜੂਦ ਵੀ ਫਾਇਰ ਵਰਕ ਦੀ ਫੈਕਟਰੀ ਦੇ ਵਿੱਚ ਉਹ ਸਾਰੀਆਂ ਹੀ ਬਿਲਡਿੰਗਸ ਨੁਕਸਾਨੀਆਂ ਜਿਹੜੀਆਂ ਉਹ ਗਈਆਂ, ਜਿਹੜੀਆਂ ਉਹ ਹੈਗੀਆਂ ਆ। ਸੋ ਉਹੀ ਜਿੱਦਾਂ ਸਿਆਸੀ ਤੌਰ ਦੇ ਉੱਤੇ ਹੁੰਦਾ ਹੀ ਆ ਹਰਜੋਤ ਸਿੰਘ ਜੀ, ਵੀ ਡੂੰਘਾ ਅਫਸੋਸ ਜਿਹੜਾ ਉਹਨਾਂ ਨੇ ਪ੍ਰਗਟ ਕਰ ਦਿੱਤਾ ਆ। ਪਰ 26 ਜਾਣਿਆਂ ਦੀ ਜਿਹੜੀ ਉੱਥੇ ਮੌਤ ਹੋਈ ਆ। ਪ੍ਰੈਜ਼ੀਡੈਂਟ ਦੀ ਅੱਖ ਦੇ ਵਿੱਚ ਇਹ ਸਾਰਾ ਧਮਾਕਾ, ਇਹ ਸਾਰੀ ਐਕਸੀਡੈਂਟ ਆ ਉਹ ਆਇਆ ਆ, ਤੇ ਉਹਨਾਂ ਨੇ ਇਹ ਕਿਹਾ ਆ ਵੀ ਕੋਈ ਵੀ ਇਸ ਦੇ ਵਿੱਚ ਜਵਾਬਦੇਹੀ ਤੋਂ ਨਹੀਂ ਬਚੂਗਾ। ਜਿਸ ਦੇ ਵੀ ਇਸ ਦੇ ਵਿੱਚ ਦੋਸ਼ ਹੋਣਗੇ ਉਹਦੀ ਅਕਾਊਂਟੇਬਿਲਿਟੀ ਹੋਊਗੀ, ਉਹਨਾਂ ਨੂੰ ਬਣਦੀ ਜਿਹੜੀ ਸਜ਼ਾ ਆ ਉਹ ਮਿਲੇਗੀ। ਸੋ ਜਿਹੜੇ ਸ਼ੀ ਜਿਨਪਿੰਗ ਆ, ਉਹਨਾਂ ਨੇ ਇੰਪੋਰਟੈਂਟ ਇੰਸਟਰਕਸ਼ਨ ਲੋਕਲ ਅਧਿਕਾਰੀਆਂ ਨੂੰ ਖੁਦ ਪ੍ਰੈਜ਼ੀਡੈਂਟ ਨੇ ਜਿਹੜੀਆਂ ਉੱਥੇ ਇਸ ਦੇ ਬਾਬਤ ਜਿਹੜੇ ਐਕਸੀਡੈਂਟ ਤੇ ਡਿਜ਼ਾਸਟਰਸ ਦੇ ਵਿੱਚ ਕਹਿੰਦੇ ਵੀ ਇਹ ਦਿੱਤੀਆਂ ਹੈਗੀਆਂ ਆ। ਸੋ ਕਾਫੀ ਭਿਆਨਕ ਹਾਦਸਾ ਸੀਗਾ, ਐਕਸੀਡੈਂਟ ਸੀਗਾ। ਪਟਾਕਿਆਂ ਦੀ ਫੈਕਟਰੀ 'ਚ ਧਮਾਕੇ ਦੇ ਨਾਲ 26 ਮੌਤਾਂ ਤੇ 61 ਲੋਕ ਜ਼ਖਮੀ ਹੋਏ ਆ ਚੀਨ ਦੇ ਵਿੱਚ। ਚਾਈਨਾ ਦੇ ਵਿੱਚ ਜਿਹੜੇ ਟਰੱਕਰਸ ਆ, ਉਹ ਕਹਿੰਦੇ ਹੁਣ ਇਲੈਕਟ੍ਰਿਕ ਟਰੱਕ ਬਾਈ ਕਰ ਰਿਹਾ, ਕਿਉਂਕਿ ਉੱਥੇ ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੋ ਗਈਆਂ ਹੈਗੀਆਂ। ਚਾਈਨਾ ਦੇ ਵਿੱਚ ਇੱਕ ਕੰਪਨੀ ਆ GAC ਲਿੰਗਚੈਂਗ ਨਿਊ એનર્ਜੀ ਕਮਰਸ਼ੀਅਲ ਵਹੀਕਲ ਕੰਪਨੀ, ਉਹਨਾਂ ਦੇ 20% ਤੋਂ ਵੱਧ ਜਿਹੜੀਆਂ ਟਰੱਕ ਆ ਉਹ ਵਿਕੇ ਆ ਸਨ 2025, ਕਹਿੰਦੇ 3 ਟਾਈਮ ਜ਼ਿਆਦੇ ਆ। ਤੇ ਇਸ ਸਾਲ ਵੀ ਬਹੁਤ ਜ਼ਿਆਦਾ ਜਿਹੜੇ ਆ ਉਹ ਵਿਕ ਰਹੇ ਹੈਗੇ ਆ। ਤੇ ਜਿਹੜੀਆਂ ਕਾਰਾਂ ਆ ਉੱਥੇ ਦੀਆਂ ਇਲੈਕਟ੍ਰਿਕ, ਕਹਿੰਦੇ ਉਹਨਾਂ ਦੇ ਵਿੱਚ ਥੋੜਾ ਸਲੋ ਹੋਇਆ, ਕਿਉਂਕਿ ਲੋਕਾਂ ਨੇ ਪਹਿਲਾਂ ਹੀ ਬਹੁਤ ਜ਼ਿਆਦਾ ਜਿਹੜੀਆਂ ਖਰੀਦ ਲਈਆਂ ਹੈਗੀਆਂ। ਸੋ ਬੈਟਰੀ ਪਾਵਰਡ ਬਿਗ ਰਿਗਸ ਕਾਫੀ ਐਕਸਪੈਂਸਿਵ ਹੈਗੇ ਆ ਡੀਜ਼ਲ ਮਾਡਲਸ ਨਾਲੋਂ, ਪਰ ਕਹਿੰਦੇ ਵੀ ਚੁਆਇਸ ਕੋਈ ਨਹੀਂ ਹੈਗੀ। ਐਕਸਟਰਾ 1 ਲੱਖ ਯੁਆਨ ਕਰਕੇ ਜਿਹੜਾ $14,624 ਬਣਦਾ, ਤੋਂ ਲੈ ਕੇ 1.5 ਲੱਖ ਯੁਆਨ ਤੱਕ ਇਲੈਕਟ੍ਰਿਕ ਟਰੱਕ ਦੇ ਉੱਤੇ ਜਿਹੜੇ ਟਰੱਕਰਸ ਆ ਉਹ ਸਪੈਂਡ ਕਰ ਰਹੇ ਆ, ਕਿਉਂਕਿ ਗੈਸ ਉਹ ਅਫੋਰਡ ਨਹੀਂ ਕਰ ਸਕਦੇ। ਜੀ ਬਿਲਕੁਲ। ਸੋ ਇਹ ਵੀ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਉੱਧਰ ਬਣੀ ਪਈ ਹੈਗੀ ਆ। ਅੱਜ ਇੱਕ ਜਿਹੜੀ ਖਬਰ ਆ, ਫਰੈਜ਼ਨੋ ਲੈਂਡ ਜਿਹੜੀ ਇੱਥੇ ਦੀ ਇੱਕ ਅਖਬਾਰ ਕਹਿ ਲਓ ਜਾਂ ਮੈਗਜ਼ੀਨ ਆ, ਉਹ ਦੱਸ ਰਹੇ ਆ, ਕਹਿੰਦੇ ਵੀ 2 ਜਿਹੜੇ ਪੰਜਾਬੀ ਤੇ ਸਿੱਖ ਕਮਿਊਨਿਟੀ ਦੇ ਕੈਂਡੀਡੇਟ ਫਰੈਜ਼ਨੋ ਦੀ ਸਿਟੀ ਕੌਂਸਲ ਦੇ ਵਿੱਚ ਕਹਿੰਦੇ ਵੀ ਜਿਹੜੀ ਗਲਾਸ ਸੀਲਿੰਗ ਆ ਫਰੈਜ਼ਨੋ ਦੇ ਲਈ, ਉਸਨੂੰ ਬ੍ਰੇਕ ਕਰ ਸਕਦੇ ਆ। ਜੂਨ ਦੀ ਪ੍ਰਾਇਮਰੀ ਦੇ ਵਿੱਚ ਡਿਸਟ੍ਰਿਕਟ 1 ਤੋਂ ਫਰੈਜ਼ਨੋ ਸਿਟੀ ਕੌਂਸਲ ਡਿਸਟ੍ਰਿਕਟ 1 ਤੋਂ ਨੈਨਦੀਪ ਸਿੰਘ ਜਕਾਰਾ ਮੂਵਮੈਂਟ ਦੇ ਫਾਊਂਡਰ ਤੇ ਨਵ ਗੁਰਮ, ਇਹ ਪੇਸ਼ੇ ਤੋਂ ਉਹਦਾ ਵਕਾਲਤ ਇਹਨਾਂ ਨੇ ਜਿਹੜੀ ਕੀਤੀ ਹੈ ਡਿਸਟ੍ਰਿਕਟ 7 ਦੇ ਵਿੱਚ ਰਨ ਕਰ ਰਹੇ ਆ। ਡਿਸਟ੍ਰਿਕਟ 7 ਮੈਨੂੰ ਲੱਗਦਾ ਹਰਜੋਤ ਸਿੰਘ ਜੀ ਆਪਣੇ ਜਿੱਥੇ ਆਫਿਸ ਆ ਉਹ ਇਸ ਦੇ ਵਿੱਚ ਇਸ ਦੇ ਅੰਡਰ ਜਿਹੜਾ ਉਹ ਆਉਂਦਾ ਆ। ਤੇ ਜਿਹੜਾ ਨੈਨਦੀਪ ਸਿੰਘ ਹੋਣ ਵਾਲਾ ਡਿਸਟ੍ਰਿਕਟ ਆ, ਇਹ ਜਿੱਥੇ ਖਾਲੜਾ ਸਕੂਲ ਆ, ਖਾਲੜਾ ਪਾਰਕ ਆ, ਉਹ ਵਾਲੇ ਇਲਾਕੇ ਦਾ ਕਾਫੀ ਹਿੱਸਾ ਜਿਹੜਾ ਇਸ ਦੇ ਵਿੱਚ ਨਾਲ ਆਉਂਦਾ ਹੈਗਾ ਆ। ਸੋ ਕਹਿੰਦੇ ਵੀ ਕਾਫੀ ਹੁਣ ਪਾਪੂਲੇਸ਼ਨ ਬਹੁਤ ਆ ਕੈਲੀਫੋਰਨੀਆ ਦੇ ਸ਼ਹਿਰ ਫਰੈਜ਼ਨੋ ਦੇ ਵਿੱਚ ਪੰਜਾਬੀਆਂ ਦੀ, ਸਿੱਖਾਂ ਦੀ, ਤੇ ਇਸ ਬਾਰੇ ਮੌਕਾ ਹੈਗਾ ਆ ਵੀ ਸ਼ਾਇਦ ਆਪਣਾ ਜਿਹੜਾ ਕੋਈ ਬੰਦਾ ਆ ਉਹ ਐਜ਼ ਏ ਕੈਂਡੀਡੇਟ ਜਿੱਤ ਕੇ ਉੱਥੇ ਜਿਹੜਾ ਉਹ ਪਹੁੰਚ ਸਕਦਾ ਜਿਹੜਾ ਉਹ ਹੈਗਾ ਆ। ਸੋ ਇਹ ਦੇਖਣਾ ਹੋਊਗਾ ਵੀ ਕਿੱਦਾਂ ਜਿਹੜੀ ਉਹ ਰੇਸ ਰਹਿੰਦੀ ਆ। ਸੋ ਜ਼ੋਰ ਜਿਹੜਾ ਉਹ ਲੱਗਾ ਜਿਹੜਾ ਉਹ ਪਿਆ ਆ। ਸੋ ਨਵਗੁਰਮ ਦਾ ਜਿਹੜਾ ਆਪਣਾ ਉਸ ਤਰੀਕੇ ਦੇ ਨਾਲ ਪੋਲੀਟਿਕਸ ਦੇ ਵਿੱਚ ਐਕਸਪੀਰੀਅੰਸ ਨਹੀਂ ਆ, ਪਰ ਫਿਰ ਵੀ ਜਿਹੜੀਆਂ ਉਸ ਦੀਆਂ ਗੱਲਾਂ ਆ ਵੀ ਉਹ ਚਾਹੁੰਦਾ ਆ ਵੀ ਜਿਹੜੀ ਕਮਿਊਨਿਟੀ ਦੇ ਜਿਹੜੇ ਇਸ਼ੂਜ਼ ਆ ਤੇ ਜਿਹੜੇ ਉਸ ਇਲਾਕੇ 'ਚ ਜਿਸ ਨੇਬਰਹੁੱਡ ਦੇ ਵਿੱਚ ਰਹਿੰਦਾ ਆ ਵੀ ਉਹਨਾਂ ਦੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਮੋਹਰੇ ਰੱਖ ਕੇ ਸੋਲਵ ਕੀਤਾ ਜਾਵੇ। ਨੈਨਦੀਪ ਸਿੰਘ ਉਹਨਾਂ ਦੇ ਬਾਰੇ ਸਾਰੇ ਜਾਣੇ ਲੰਮੇ ਸਮੇਂ ਤੋਂ ਜਿਹੜਾ ਉਹ ਜਾਣਦੇ ਆ। ਲੰਮੇ ਸਮੇਂ ਤੋਂ ਪੰਜਾਬੀਆਂ ਸਿੱਖਾਂ ਦੇ ਜਿਹੜੀ ਆ ਉਹ ਇਵੈਂਟਸ ਦੇ ਵਿੱਚ ਉਹ ਕਮਿਊਨਿਟੀ ਦੇ ਲਈ ਕੰਮ ਕਰਦੇ ਆ ਰਹੇ ਆ। ਖਾਲੜਾ ਪਾਰਕ ਦਾ ਨਾਮਕਰਨ ਕਰਾਉਣਾ, ਸਕੂਲ ਜਿਹੜਾ ਉਸ ਦੇ ਲਈ ਬਣਵਾਉਣਾ, ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ, ਉੱਥੋਂ ਦੇ ਟਰਸਟੀ ਦੇ ਤੌਰ ਦੇ ਉੱਤੇ ਹੁਣ ਕਈ ਸਾਲਾਂ ਤੋਂ ਜਿਹੜੀ ਆ ਉਹ ਭੂਮਿਕਾ ਜਿਹੜੀ ਉਹ ਨਿਭਾ ਰਹੇ ਹੈਗੇ ਆ।
ਆਮ ਲੋਕ ਦੇਖ ਰਹੇ ਆ ਵੀ ਹਾਂ ਇਟਸ ਟਾਈਮ ਵੀ ਆਪਣੀ ਜਿਹੜੀ ਕਮਿਊਨਿਟੀ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਆ ਉਹ ਉੱਥੇ ਸਾਨੂੰ ਦੇਖਣ ਨੂੰ ਜਿਹੜੀ ਉਹ ਮਿਲੇ, ਤੇ ਲੋਕ ਇਹਨਾਂ ਤੋਂ ਲੀਡਰਸ਼ਿਪ ਦੀ ਉਮੀਦ ਜਿਹੜੀ ਉਹ ਰੱਖ ਰਹੇ ਆ। ਕਹਿੰਦੇ ਵੀ ਇਹ ਸਿੰਬੋਲਿਕ ਹੀ ਨਹੀਂ ਆ, ਇਹ ਇੱਕ ਵੱਡਾ ਸ਼ਿਫਟ ਆ ਤੇ ਇਹ ਇਸ ਨੂੰ ਦੇਖਣਾ ਜਿਹੜਾ ਉਹ ਚਾਹੀਦਾ ਆ, ਤੇ ਇਹ ਸ਼ਿਫਟ ਜਿਹੜਾ ਉਹ ਜ਼ਰੂਰੀ ਵੀ ਆ ਤਾਂ ਜੋ ਕਮਿਊਨਿਟੀ ਨੂੰ ਜਿਹੜਾ ਉਹ ਉੱਥੇ ਰਿਪਰੈਜ਼ੈਂਟੇਸ਼ਨ ਮਿਲ ਸਕੇ। ਇਹਨਾਂ ਦੇ ਆਪਣੇ ਜਿਹੜੇ ਇਸ਼ੂਜ਼ ਆ ਉਹਨਾਂ ਦੇ ਉੱਤੇ ਜਿਹੜੀ ਚਰਚਾ ਆ ਤੇ ਉਹਨਾਂ ਨੂੰ ਸੋਲਵ ਕਰਨ ਵਾਲੇ ਪਾਸੇ ਨੂੰ ਗੱਲ ਬਣ ਸਕੇ। ਇੱਕ ਜਿਹੜੀ ਚੀਜ਼ ਜ਼ਰੂਰ ਹੁੰਦੀ ਆ ਵੀ ਕਿਸੇ ਕੈਂਡੀਡੇਟ ਦਾ ਕਿਸੇ ਕਮਿਊਨਿਟੀ ਦੇ ਵੱਲੋਂ ਜਦੋਂ ਕੋਈ ਪਹਿਲੀ ਵਾਰੀ ਚੁਣਿਆ ਜਾਂਦਾ, ਉਹ ਕਮਿਊਨਿਟੀ ਦੀ ਇੱਕ ਆਪਣੀ ਵੱਖਰੀ ਭਾਵਨਾ ਜਿਹੜੀ ਉਹ ਨਾਲ ਹੁੰਦੀ ਆ, ਉਹ ਪ੍ਰੇਮ ਜਿਹੜਾ ਹੁੰਦਾ ਉਹ ਜ਼ਰੂਰੀ ਆ, ਪਰ ਉਸ ਦੇ ਨਾਲ ਇਹ ਨਹੀਂ ਆ ਵੀ ਬਾਕੀ ਜਾਣੇ ਨਹੀਂ ਆ, ਬਾਕੀ ਵੀ ਉਹ ਨਾਲ ਆ, ਤੇ ਉਹਨਾਂ ਦੀਆਂ ਵੀ ਸਮੱਸਿਆਵਾਂ ਨੂੰ ਫ੍ਰੈਜ਼ਨੋ ਸਿਟੀ ਨੂੰ ਹੋਰ ਬਿਹਤਰ ਕਿੱਦਾਂ ਬਣਾਉਣਾ, ਹੋਰ ਬਿਜ਼ਨੈਸਿਸ ਨੂੰ ਇੱਥੇ ਕਿੱਦਾਂ ਅਟਰੈਕਟ ਕਰਨਾ, ਆਮ ਲੋਕਾਂ ਦੇ ਲਈ ਇਹ ਰਹਿਣਸਾਰ ਜਿਹੜੀ ਸ਼ਹਿਰ ਕਿੱਦਾਂ ਬਣਿਆ ਰਵੇ, ਇਹ ਜਿਹੜੇ ਚੈਲੰਜਸ ਇਹਨਾਂ ਦੋਨਾਂ ਕੈਂਡੀਡੇਟਸ ਦੇ ਲਈ ਸਾਹਮਣੇ ਰਹਿਣਗੇ। ਜੀ, ਸੋ ਪਹਿਲੀ ਵਾਰੀ 2 ਸਿੱਖ ਕੈਂਡੀਡੇਟ ਜਿਹੜੇ ਆ, ਨੈਨਦੀਪ ਸਿੰਘ ਤੇ ਜਿਹੜੇ ਗੁਰਮਾ ਇਹ ਨਵਗੁਰਮ, ਇਹ ਦੋਨੋਂ ਸਿਟੀ ਕੌਂਸਲ ਵੱਖ-ਵੱਖ ਏਰੀਏ ਤੋਂ ਫ੍ਰਿਜ਼ਨੋ 'ਚ ਖੜੇ ਆ। ਸੋ ਪਹਿਲੀ ਵਾਰੀ ਸਿੱਖ ਬਣਨਗੇ, ਜੇ ਦੋਨਾਂ 'ਚ ਕੋਈ ਬਣਦਾ ਹੈਗਾ ਆ। ਸੋ ਜਿੰਨੇ ਵੀ ਆਪਣੇ ਜਿਹੜੇ ਸਰੋਤੇ ਆ, ਬਹੁਤ ਫ੍ਰਿਜ਼ਨੋ ਬਹੁਤ ਐਕਸਪੈਂਡ ਹੋ ਰਿਹਾ ਤੇ ਆਪਣੀ ਪੋਪੂਲੇਸ਼ਨ ਬਹੁਤ ਜ਼ਿਆਦਾ ਆ ਫ੍ਰਿਜ਼ਨੋ। ਸੋ 2020 ਦੇ ਯੂਐਸ ਸੈਂਸਸ ਦੇ ਮੁਤਾਬਕ ਫ੍ਰੈਜ਼ਨੋ ਲੈਂਡ ਵਾਲੇ ਦੱਸਦੇ ਆ 70,000 ਲੋਕ ਰਹਿੰਦੇ ਨੇ ਜਿਹੜੇ ਪੰਜਾਬੀ ਸਿੱਖ ਨੇ। ਜਸਟ ਇਮੈਜਿਨ, ਆਪਾਂ ਤਾਂ ਮੈਨੂੰ ਲੱਗਦਾ 40-50,000 ਹੀ ਸੋਚਦੇ ਸੀਗੇ ਜੀ। 2020 ਦੇ ਜਿਹੜੇ ਯੂਐਸ ਸੈਂਸਸ ਦੇ ਮੁਤਾਬਕ ਅਪਰੋਕਸੀਮੇਟਲੀ 70,000 ਜਿਹੜੇ ਪੰਜਾਬੀ ਆ ਉਹ ਇੱਥੇ ਰਹਿੰਦੇ ਨੇ। ਪੰਜਾਬੀ ਆ, ਵਿੱਚੋਂ ਸਿੱਖ ਵੀ ਆ, ਦੂਜੀ ਜਿਹੜੀ ਆਬਵੀਅਸਲੀ ਹੋਰ ਧਰਮਾਂ ਦੇ ਵੀ ਆ, ਪਰ ਪਿੱਛੋਂ ਜਿਹੜੀਆਂ ਜੜ੍ਹਾਂ ਆ ਉਧਰ ਜਿਹੜੀਆਂ ਉਹ ਜੁੜੀਆਂ ਹੈਗੀਆਂ ਆ। ਸੋ ਦੈਟਸ ਅ ਹਿਊਜ ਨੰਬਰ, ਤੇ ਆਪਣੀ ਰਿਪਰੈਜ਼ੈਂਟੇਸ਼ਨ ਇੱਕ ਵੀ ਨਹੀਂ, 7 ਚੋਂ 1 ਸੀਟ ਦੇ ਉੱਤੇ ਵੀ ਆਪਣਾ ਬੰਦਾ ਜਿਹੜਾ ਉਹ ਕੋਈ ਨਹੀਂ। ਸੋ ਇਟਸ ਟਾਈਮ ਵੀ ਵਾਕਿਆ ਜਿਹੜੀ ਗਲਾਸ ਸੀਲਿੰਗ ਆ ਇਹ ਬ੍ਰੇਕ ਹੋਵੇ। ਜੀ, ਇਸ ਵੇਲੇ 10 ਤੋਂ ਵੱਧ ਗੁਰਦੁਆਰੇ ਆ, ਗੁਰਦੁਆਰਾ ਸਾਹਿਬ ਹੈਗੇ ਆ ਫ੍ਰਿਜ਼ਨੋ ਏਰੀਏ ਦੇ ਵਿੱਚ, ਤੇ ਫ੍ਰਿਜ਼ਨੋ ਇੰਨਾ ਜ਼ਿਆਦਾ ਐਕਸਪੈਂਡ ਹੋ ਰਿਹਾ ਤੇ ਕਲੋਵਿਸ ਇੰਨਾ ਹੋ ਰਿਹਾ, ਜਿਨ੍ਹਾਂ ਨੇ ਪਿਛਲੇ 5-10 ਸਾਲਾਂ 'ਚ ਦੇਖਿਆ ਹੋਣਾ, ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈਗੀ ਆ। ਸਾਊਥ ਈਸਟ ਡਿਵੈਲਪਮੈਂਟ ਏਰੀਆ ਕ੍ਰੀਏਟ ਕੀਤਾ ਗਿਆ ਫ੍ਰਿਜ਼ਨੋ ਵੱਲੋਂ, ਉੱਥੇ $4.3 ਬਿਲੀਅਨ ਦੀ ਪਲਾਨ ਆ। ਉਹਨਾਂ ਨੇ 9,000 ਏਕੜ ਦੇ ਵਿੱਚ 45,000 ਘਰ ਬਣਾਉਣੇ ਆ ਸੰਨ 2050 ਤਾਈਂ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿੰਨਾ ਕੁ ਜ਼ਿਆਦਾ ਜਿਹੜਾ ਫ੍ਰਿਜ਼ਨੋ ਵਾਲਾ ਏਰੀਆ ਆ ਉਹ ਐਕਸਪੈਂਡ ਹੋ ਰਿਹਾ ਹੈਗਾ ਆ। ਸੋ ਇਹਨਾਂ ਦਾ ਨੈਨਦੀਪ ਦਾ ਕਈ ਆਰਗੇਨਾਈਜੇਸ਼ਨ ਵਿਰੋਧ ਵੀ ਕਰ ਰਹੀਆਂ। ਸੋ ਆਪਾਂ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈਗਾ। ਪਿਛਲੇ ਸਮੇਂ ਦੇ ਵਿੱਚ ਆਪਾਂ ਉਹ ਸਟੋਰੀਆਂ ਕਵਰ ਕਰਦੇ ਰਹੇ ਆ, ਕਿਸ ਤਰ੍ਹਾਂ ਇਹਨਾਂ ਨੂੰ ਜਿਹੜਾ ਆ ਉਹਨਾਂ ਨੇ ਡੀਫੇਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਤੁਸੀਂ ਦੇਖੋ ਹਰਜੋਤ ਸਿੰਘ ਜੀ, ਇਹਨਾਂ ਦੇ ਉਲਟ ਤਾਂ ਫ੍ਰੈਜ਼ਨੋ ਸਿਟੀ ਦੇ ਵਿੱਚ ਪਹੁੰਚ ਗਏ ਸੀਗੇ ਪੁਲਿਸ ਵਾਲਿਆਂ ਦੇ ਕੋਲ ਵੀ ਇਹ ਤਾਂ ਟੈਰਰਿਸਟ ਆ। ਦੇਖੋ ਤੁਸੀਂ ਹਿਸਾਬ ਲਾ ਲਓ ਵੀ ਆਬਵੀਅਸਲੀ ਕਿਉਂ ਇਹ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ, ਕਿਉਂ ਉਹਦੇ ਉਲਟ ਜਿਹੜਾ ਪ੍ਰਚਾਰ ਹੋ ਰਿਹਾ, ਉਹ ਦੇਖਣ ਵਾਲੀ ਜਿਹੜੀ ਗੱਲ ਹੈਗੀ ਹੈ। ਸੋ ਦੇਖਦੇ ਆ ਵੀ ਕੀ ਬਣਦਾ ਆ। ਸੋ ਦੋਨਾਂ ਨੇ ਉਦਾਂ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਕਾਫੀ ਜ਼ਿਆਦਾ ਫੰਡ ਰੇਜ਼ਿੰਗ ਵੀ ਕੀਤੀ ਆ, ਮਨੀ ਵੀ ਕਾਫੀ ਰੇਜ਼ ਕੀਤੀ ਆ ਕੈਂਪੇਨ ਫੰਡਸ ਦੇ ਲਈ, ਤੇ ਆਬਵੀਅਸਲੀ ਇਲੈਕਸ਼ਨਾਂ ਦੇ ਵਿੱਚ ਮਨੀ ਤੋਂ ਬਗੈਰ ਤਾਂ ਜਿੱਤ ਜਿਹੜੀ ਉਹ ਕਿਸੇ ਤਰੀਕੇ ਦੇ ਨਾਲ ਵੀ ਪੋਸੀਬਲ ਇੰਨੀ ਜ਼ਿਆਦਾ ਹੈ ਨਹੀਂ ਆ। ਸੋ ਲੈਟਸ ਸੀ ਕੀ ਜਿਹੜਾ ਅੱਗੇ ਬਣਦਾ। ਬਾਕੀ ਆਪਾਂ ਸ਼ੁਭ ਇਛਾਵਾਂ ਜਿਹੜੀਆਂ ਇਹਨਾਂ ਨੂੰ ਜ਼ਰੂਰ ਦਿੰਦੇ ਆ। तो इतने श्रोते तो इजाजत लेने हैं मेरे हरजोत सिंह वालों, ਰਾਜਕਰਨ ਵੀ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨੇ ਕੀ ਜਹੀ ਸਤਿ ਸ੍ਰੀ सत ਅਕਾਲ। श्री अकाल। ਜਿੰਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। You